Hello, dear aspirants. I welcome you all in this beautiful platform of Burma Academy. So, as you all know, अपने इस प्लेटफॉर्म ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਲਈ ਜਿਹੜਾ ਮਟੀਰੀਅਲ ਹੈ ਉਹ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਸੋ ਦੈਟ ਤੁਸੀਂ ਜਿਸ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਭਾਵੇਂ ਉਹ ਤੁਹਾਡਾ ਸਟੇਟ ਲੈਵਲ ਦਾ ਹੈ ਜਾਂ ਫਿਰ ਸੈਂਟਰਲ ਲੈਵਲ ਦਾ ਹੈ ਤੁਸੀਂ ਉਹਦੇ ਵਿੱਚ ਚੰਗੇ ਮਾਰਕਸ ਹੈ ਜਿਹੜੇ ਗੇਨ ਕਰ ਸਕੋ ਤੇ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਫ੍ਰੀ ਆਫ ਕਾਸਟ ਤੁਹਾਨੂੰ ਕਰਵਾਈ ਜਾ ਰਹੀ ਹੈ ਸੋ ਇਹਦਾ ਵੱਧ ਤੋਂ ਵੱਧ ਬੈਨੀਫਿਟ ਹੈ ਤੁਸੀਂ ਲੈਣਾ ਹੈ ਤੇ ਆਪ ਵੀ ਲੈਣਾ ਹੈ ਤੇ ਆਪਣੇ ਫਰੈਂਡਸ ਦੇ ਨਾਲ ਵੀ ਚੈਨਲ ਹੈ ਜਿਹੜਾ ਉਹ ਸ਼ੇਅਰ ਕਰਨਾ ਸੋ ਦੈਟ ਉਹ ਵੀ ਜਿਹੜਾ ਦਾ ਬੈਨੀਫਿਟ ਲੈ ਸਕਣ ਅੱਜ ਦਾ ਜਿਹੜਾ ਆਪਾਂ ਜਿਹੜਾ ਇੱਕ ਆਪਣਾ ਜਿਹੜਾ ਪੋਰਸ਼ਨ ਚੱਲ ਰਿਹਾ ਇੰਗਲਿਸ਼ ਗ੍ਰਾਮਰ ਦਾ ਇੰਗਲਿਸ਼ ਗ੍ਰਾਮਰ ਦੇ ਵਿੱਚ ਜਿਹੜਾ ਆਪਾਂ ਟੌਪਿਕ ਕਰਦੇ ਹੁੰਦੇ ਆ ਆਪਣੇ ਨਾਉਨ ਪ੍ਰਨਾਉਨ ਹੋਏ ਆ ਐਡਜੈਕਟਿਵ ਐਡਵਰਬ ਆਪਾਂ ਡਿਸਕਸ ਕੀਤੇ ਆ ਪ੍ਰੈਪੋਜੀਸ਼ਨ ਕੰਜੰਕਸ਼ਨ ਇਸ ਟਾਈਪ ਦੇ ਆਪਾਂ ਜਿਹੜੇ ਹੈਗੇ ਹਰ ਇੱਕ ਟੌਪਿਕ ਨੂੰ ਗ੍ਰਾਮਰ ਦੇ ਨੂੰ ਜਿਹੜਾ ਹੈਗਾ ਧਿਆਨ ਨਾਲ ਦੇਖਿਆ ਤੇ ਉਸ ਨਾਲ ਰਿਲੇਟਡ ਕੁਐਸਚਨ ਕਿਵੇਂ ਆਪਣੇ ਕਰੋ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ ਆਪਾਂ ਹਰ ਇੱਕ ਚੀਜ਼ ਨੂੰ ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ ਕੀਤਾ ਹੈ ਤੇ ਸੈਕੰਡ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਸੀ ਜੀ ਬॉयਜ਼ ਦਾ ਟੌਪਿਕ ਚੱਲ ਰਿਹਾ ਸੀ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਜਾ ਚੁੱਕਿਆ ਕਿ ਫਰਸਟ ਜਿਹੜੀ ਤੁਹਾਡੀ ਕਲਾਸ ਹੋਈ ਸੀ ਬॉयਜ਼ ਦੇ ਵਿੱਚ ਕਿ ਗ੍ਰਾਮਰ ਦਾ ਪੋਰਸ਼ਨ ਨਹੀਂ ਆ ਜਾਂਦਾ ਬੇਸਿਕਲੀ ਦੇਖਿਆ ਜਾਵੇ ਤੇ ਵੌਇਸ ਤੇ ਨਰੇਸ਼ਨ ਜਿਹੜਾ ਤੁਹਾਡੇ ਪਾਰਟਸ ਆਫ ਸਪੀਚ ਦਾ ਪਾਰਟ ਨਹੀਂ ਹੁੰਦੇ ਤਾਂ ਇਹਨਾਂ ਨੂੰ ਆਪਾਂ ਅਲੱਗ ਤੋਂ ਡਿਸਕਸ ਕਰਦੇ ਹਾਂ ਸੋ ਆਪਣੀ ਜਿਹੜੀ ਵੌਇਸ ਦੀ ਆਪਾਂ ਪਿੱਛੇ ਦੋ ਕਲਾਸਿਸ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਰੂਲਸ ਨੂੰ ਆਪਾਂ ਹੈਗਾ ਜਿਹੜਾ ਕੀਤਾ ਤਾਂ ਤੁਹਾਡੇ ਟੈਂਸ ਨਾਲ ਰਿਲੇਟਡ ਕਿੰਨੇ ਟੈਂਸ ਦੀ ਵੌਇਸ ਚੇਂਜ ਹੁੰਦੀ ਹੈ ਤੁਹਾਡੀ 8 ਟੈਂਸ ਦੀ ਵੌਇਸ ਚੇਂਜ ਹੁੰਦੀ ਹੈ ਉਹ 8 ਦੇ 8 ਟੈਂਸ ਜਿਹੜੇ ਆਪਾਂ ਪਿੱਛੇ ਕਰ ਚੁੱਕੇ ਹਾਂ ਅੱਜ ਦੀ ਜਿਹੜੀ ਤੁਹਾਡੀ ਕਲਾਸ ਹੋਏਗੀ ਜੀ ਆਫਟਰ ਆਪਣੇ ਕੋਲ ਕਹਿ ਲਓ ਟੈਂਸ ਤੋਂ ਬਾਅਦ ਤੁਹਾਡੇ ਕੋਲ ਕਿੰਨੇ ਕੁ ਟੌਪਿਕ ਰਹਿ ਜਾਂਦੇ ਆ ਜਿਨ੍ਹਾਂ ਦੀ ਵੌਇਸ ਚੇਂਜ ਹੁੰਦੀ ਹੈ ਉਹਨਾਂ ਨੂੰ ਆਪਾਂ ਅੱਜ ਦੀ ਕਲਾਸ ਡਿਸਕਸ ਕਰਾਂਗੇ ट्राई करेंगे कि अपने जिन्ने भी टॉपिक ने आप आज की क्लास कवर कर लिए हाँ जी तो जो भी स्टूडेंट चैनल के उत्ते न्यू ने तो ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ फ्री ऑफ कॉस्ट ਤੁਹਾਨੂੰ हर एक चीज है ਜਿਹੜੀ ਬੜੀ डिटेल ਚ ਕਰਾਈ ਜਾ ਰਹੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਸ਼ੇਅਰ ਜ਼ਰੂਰ ਕਰਨਾ ਹੈ ਲਾਈਕ ਜ਼ਰੂਰ ਕਰਨਾ ਹੈ ਵੀਡੀਓਜ਼ ਨੂੰ ਜੇ ਤੁਹਾਨੂੰ ਪਸੰਦ ਆ ਰਹੀ ਹੈ ਸੈਕੰਡ ਹੈ ਜੀ ਤੁਹਾਡੇ ਕੋਲ ਇੱਕ ਟੈਲੀਗ੍ਰਾਮ ਗਰੁੱਪ ਹੈ ਜੋ ਚੈਨਲ ਦਾ ਬਣਿਆ ਹੋਇਆ ਹੈ ਜਿਹਦਾ ਲਿੰਕ ਤੁਹਾਨੂੰ ਕਲਾਸ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਉੱਥੇ ਤੁਸੀਂ ਜੁਆਇਨ ਕਰ ਸਕਦੇ ਹੋ ਟੈਲੀਗ੍ਰਾਮ ਗਰੁੱਪ ਦੇ ਬੈਨੀਫਿਟ ਤੁਹਾਨੂੰ ਜਿਵੇਂ ਦੇਖ ਹੀ ਰਹੇ ਆ ਫਰਸਟ ਆ ਜਾਂਦਾ ਕਿ ਤੁਹਾਡੇ ਕੋਲ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਤੁਹਾਨੂੰ ਇੱਥੇ ਪ੍ਰੋਵਾਈਡ ਕੀਤੀ ਜਾਏਗੀ ਸੈਕੰਡ ਤੁਹਾਡੇ ਜਿਹੜੇ ਵੀ YouTube ਦੇ ਉੱਤੇ ਹੋਣ ਵਾਲੇ ਸੈਸ਼ਨ ਨੇ ਉਹਨਾਂ ਦੇ ਕਲਾਸ ਨੋਟਸ ਤੁਹਾਨੂੰ PPT ਫਾਰਮੈਟ ਦੇ ਵਿੱਚ ਟੈਲੀਗ੍ਰਾਮ ਗਰੁੱਪ ਤੇ ਸ਼ੇਅਰ ਕੀਤੇ ਜਾਣਗੇ ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਉੱਥੋਂ ਰਿਵਾਈਜ਼ ਕਰ ਸਕਦੇ ਹੋ ਆਪਣੇ ਰੂਲਸ ਜਾਂ ਫਿਰ ਪਹਿਲਾਂ ਤੁਹਾਡੇ ਕੋਲੇ ਜਿੰਨੇ ਵੀ ਤੁਹਾਨੂੰ ਟੌਪਿਕ ਕਰਵਾਏ ਜਾਣਗੇ ਉਹਨਾਂ ਦੀ ਰਿਵੀਜ਼ਨ ਲੈਣ ਦੇ ਲਈ ਤੁਹਾਡੇ ਕਲਾਸ ਜਿਹੜੇ ਤੁਹਾਡੇ ਲਈ ਬੈਨੀਫਿਟ ਹੋ ਸਕਦੇ ਆ ਥਰਡ ਆਪਣੇ ਕੋਲੇ ਚੀਜ਼ ਆ ਜਾਂਦੀ ਹੈ ਜੀ ਪੂਲਸ ਐਂਡ ਕੁਇਜ਼ ਜੋ ਕਿ ਤੁਹਾਡਾ ਸਭ ਤੋਂ ਵੱਡਾ ਕਹਿ ਬੈਨੀਫਿਟ ਟੈਲੀਗ੍ਰਾਮ ਗਰੁੱਪ ਜੁਆਇਨ ਕਰਨ ਦਾ ਤਾਂ ਉਹ ਹੈ ਜੀ ਤੁਹਾਡੇ ਕੋਲੇ ਪੋਲਸ ਐਂਡ ਕੁਇਜ਼ ਤਾਂ ਹੁਣ ਪੋਲ ਕੁਇਜ਼ ਹੈ ਜਿਹੜੇ ਤੁਹਾਡੇ ਲਈ ਪ੍ਰਪੇਅਰ ਕੀਤੇ ਜਾਂਦੇ ਆ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਰਿਲੇਟਡ ਹੁੰਦੇ ਆ ਤੁਹਾਡੇ ਕੋਲੇ ਟਾਰਗੇਟ ਕਰਕੇ ਬਣਾਏ ਜਾਂਦੇ ਆ ਐਕਸਪੈਕਟਡ ਕੁਐਸਚਨ ਕੀ ਆ ਸਕਦੇ ਉਹਨੂੰ ਟਾਰਗੇਟ ਕਰਕੇ ਜਿਹੜੇ ਕੁਇਜ਼ ਤਿਆਰ ਕੀਤੇ ਜਾਂਦੇ ਆ ਉਹਨਾਂ ਨੂੰ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਸੈਕੰਡ ਹੈ ਜਿਹੜਾ ਆਪਣਾ ਤਿਆਰੀ ਦਾ ਲੈਵਲ ਇਹਦੇ ਨਾਲ ਚੈੱਕ ਕਰ ਸਕਦੇ ਹੋ ਹਾਂਜੀ ਤਾਂ ਆਪਾਂ ਜਿਹੜਾ ਹੁਣ ਆਪਣੀ ਸਟਾਰਟ ਕਰਾਂਗੇ ਕਲਾਸ ਬॉयਜ਼ ਦੀ ਜਿਵੇਂ ਤੁਹਾਨੂੰ ਦੱਸ ਦਿੱਤਾ ਥਰਡ ਕਲਾਸ ਹੋਗੀ ਤੁਹਾਡੀ ਤਾਂ ਬॉयਜ਼ ਦਾ ਜਿਹੜਾ ਟੌਪਿਕ ਆਪਾਂ ਪਿੱਛੇ ਡਿਸਕਸ ਕੀਤਾ ਆਈ ਹੋਪ ਤੁਹਾਨੂੰ ਸਾਰੇ ਸਮਝ ਆ ਗਏ ਹੋਣਗੇ ਬੇਸਿਕਲੀ ਆਪਾਂ ਦੇਖਿਆ ਕੀ ਹੈ ਤਾਂ ਤੁਹਾਨੂੰ ਆਪਾਂ ਇੱਕ ਵਾਰ ਲੈਣੇ ਕੁਇਕ ਰਿਵੀਜ਼ਨ ਤਾਂ ਪਿਛਲੀ ਜਿਹੜੀਆਂ ਕਲਾਸਿਸ ਹੋਈਆਂ ਆਪਾਂ ਬੇਸਿਕਲੀ ਦੇਖਿਆ ਕਿ ਆਪਣੇ ਵੌਇਸ ਦੇ ਰੂਲਸ ਟੈਂਸ ਨਾਲ ਰਿਲੇਟਡ ਤਾਂ ਹੁਣ ਬੇਸਿਕਲੀ ਕਿੰਨੇ ਟੈਂਸ ਨੇ ਜਿਹੜੇ ਤੁਹਾਡੇ ਵੌਇਸ ਚੇਂਜ ਕਰ ਸਕਦੇ ਨੇ ਤਾਂ ਉਹ ਨੇ ਜੀ 8 ਟੈਂਸਸ 8 ਟੈਂਸ ਕਿਹੜੇ ਨੇ ਪ੍ਰੈਜ਼ੈਂਟ ਸਿੰਪਲ ਜਾਂ ਪ੍ਰੈਜ਼ੈਂਟ ਇੰਡੈਫਿਨਿਟ ਆਪਾਂ ਕਹਿ ਸਕਦੇ ਹਾਂ ਪਾਸਟ ਸਿੰਪਲ ਤੁਹਾਡੇ ਕੋਲੇ ਟੈਂਸ ਹੈ ਜਿਹੜਾ ਚੇਂਜ ਕੀਤਾ ਜਾ ਸਕਦਾ ਹੈ ਐਕਟਿਵ ਟੂ ਪੈਸਿਵ ਪੈਸਿਵ ਟੂ ਐਕਟਿਵ ਸਿਮਿਲਰਲੀ ਤੁਹਾਡੇ ਕੋਲੇ ਫਿਊਚਰ ਟੈਂਸ ਹੈ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਆਪਣਾ ਐਕਟਿਵ ਦੇ ਵਿੱਚ ਵੀ ਤੇ ਪੈਸਿਵ ਦੇ ਵਿੱਚ ਵੀ ਕੰਟੀਨਿਊਸ ਦੇ ਵਿੱਚ ਦੇਖਿਆ ਜਾਵੇ ਤਾਂ ਕੰਟੀਨਿਊਸ ਦੇ ਵਿੱਚ ਸਿੰਪਲ ਤੁਹਾਡੇ ਤਾਂ ਪ੍ਰੈਜ਼ੈਂਟ ਕੰਟੀਨਿਊਸ ਤੇ ਇੱਕ ਤੁਹਾਡਾ ਆ ਜਾਂਦਾ ਜੀ ਪਾਸਟ ਕੰਟੀਨਿਊਸ ਜਿਨ੍ਹਾਂ ਦੀ ਆਪਣੇ ਕੋਲੇ ਵੌਇਸ ਚੇਂਜ ਹੁੰਦੀ ਹੈ ਫਿਊਚਰ ਕੰਟੀਨਿਊਸ ਦੀ ਵੌਇਸ ਚੇਂਜ ਨਹੀਂ ਹੁੰਦੀ ਫਿਊਚਰ ਦੀ ਵੌਇਸ ਚੇਂਜ ਨਹੀਂ ਹੁੰਦੀ ਅੱਗੇ ਤੁਹਾਡੇ ਕੋਲੇ ਆ ਜਾਂਦੇ ਆ ਜੀ ਪਰਫੈਕਟ ਟੈਂਸ ਪਰਫੈਕਟ ਜਿਵੇਂ ਪ੍ਰੈਜ਼ੈਂਟ ਪਰਫੈਕਟ ਦੀ ਆਪਾਂ ਵੌਇਸ ਚੇਂਜ ਕੀਤੀ ਹੈ ਜਿਹਦਾ ਰੋਜ਼ ਤੁਹਾਨੂੰ ਪਿਛਲੀ ਕਲਾਸ ਕਰਾਇਆ ਪਾਸਟ ਪਰਫੈਕਟ ਦੀ ਵੌਇਸ ਚੇਂਜ ਹੋ ਸਕਦੀ ਹੈ ਤੇ ਫਿਊਚਰ ਪਰਫੈਕਟ ਦੀ ਵੀ ਵੌਇਸ ਚੇਂਜ ਹੁੰਦੀ ਹੈ ਤਾਂ ਇਹ ਜੀ ਤੁਹਾਡੇ ਕੋਲੇ ਟੈਂਸ ਆ ਜਾਂਦੇ ਜਿਨ੍ਹਾਂ ਦੀ ਵੌਇਸ ਚੇਂਜ ਹੁੰਦੀ ਹੈ ਕਿਸੇ ਵੀ ਪਰਫੈਕਟ ਕੰਟੀਨਿਊਸ ਟੈਂਸ ਦੀ ਵੌਇਸ ਚੇਂਜ ਨਹੀਂ ਹੁੰਦੀ ਪਰਫੈਕਟ ਕੰਟੀਨਿਊਸ ਟੈਂਸ ਤੁਹਾਨੂੰ ਕੋਈ ਵੀ ਮਿਲਦਾ ਉਹਦੀ ਵੌਇਸ ਚੇਂਜ ਨਹੀਂ ਹੁੰਦੀ ਤਾਂ ਬੇਸਿਕਲੀ ਆਪਣੇ ਕੋਲ 8 ਟੈਂਸ ਆ ਜਾਂਦੇ ਆ ਪ੍ਰੈਜ਼ੈਂਟ ਸਿੰਪਲ ਪਾਸਟ ਸਿੰਪਲ ਫਿਊਚਰ ਸਿੰਪਲ ਤਿੰਨੇ ਹੋ ਜਾਂਦੇ ਆ ਦੋ ਆਪਣੇ ਕੰਟੀਨਿਊਸ ਦੇ ਆ ਪ੍ਰੈਜ਼ੈਂਟ ਕੰਟੀਨਿਊਸ ਐਂਡ ਪਾਸਟ ਕੰਟੀਨਿਊਸ ਤੇ ਇਹ ਤੁਹਾਡੇ ਤਿੰਨ ਜਿਹੜੇ ਹੈਗੇ ਕਿ ਪਰਫੈਕਟ ਟੈਂਸ ਆ ਜਾਂਦੇ ਆ ਪ੍ਰੈਜ਼ੈਂਟ ਪਰਫੈਕਟ ਟੈਂਸ ਪਾਸਟ ਪਰਫੈਕਟ ਟੈਂਸ ਐਂਡ ਫਿਊਚਰ ਪਰਫੈਕਟ ਟੈਂਸ ਪਰਫੈਕਟ ਕੰਟੀਨਿਊਸ ਦੀ ਵੌਇਸ ਚੇਂਜ ਨਹੀਂ ਹੋਏਗੀ ਤੇ ਫਿਊਚਰ ਕੰਟੀਨਿਊਸ ਦੀ ਵੌਇਸ ਚੇਂਜ ਨਹੀਂ ਹੋਏਗੀ ਇਹ ਜੀ ਤੁਹਾਡੇ 8 ਟੈਂਸ ਆਪਾਂ ਰੂਲ ਇਹਨਾਂ ਦੇ ਨਾਲ ਰਿਲੇਟਡ ਕਰ ਚੁੱਕੇ ਹਾਂ ਜਿਹਦੇ ਤੁਹਾਡੇ 8 ਰੂਲ ਹੈ ਜਿਹੜੇ ਆਪਾਂ ਵੌਇਸ ਦੇ ਅੱਜ ਤੱਕ ਕੀਤੇ ਆ ਅੱਜ ਦਾ ਜਿਹੜਾ ਤੁਹਾਡਾ ਰੂਲ ਹੋਏਗਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਂਦਾ ਮੋਡਲ ਫਾਰਮਸ ਦਾ ਦੇਖੋ ਜੀ ਤਾਂ ਰੂਲ ਕੀ ਹੈ ਜੇ ਤੁਹਾਨੂੰ ਐਕਟਿਵ ਫਾਰਮ ਮਿਲ ਰਹੀ ਹੈ ਤਾਂ ਉਹਦੀ ਸਟਰਕਚਰ ਕੀ ਹੈ ਸਬਜੈਕਟ ਦੈਨ ਤੁਹਾਡੇ ਕੋਲੇ ਵਰਡ ਯੂਜ਼ ਕੀਤੇ ਗਏ ਕੈਨ ਜਾਂ ਫਿਰ ਕੁਡ ਔਰ ਮੇ ਔਰ ਮਾਈਟ ਔਰ ਸ਼ੈਲ ਔਰ ਸ਼ੁਡ ਤਾਂ ਜੇ ਤੁਹਾਡੇ ਕੋਲੇ ਸਬਜੈਕਟ ਤੋਂ ਬਾਹਰ ਇਹਨਾਂ ਵਰਡਸ ਦੇ ਵਿੱਚੋਂ ਕੋਈ ਵਰਡ ਯੂਜ਼ ਕੀਤਾ ਇਸ ਤੋਂ ਇਲਾਵਾ ਮਸਟ ਹੋ ਸਕਦਾ ਹੈ ਤਾਂ ਮਸਟ ਵੀ ਤੁਸੀਂ ਯੂਜ਼ ਕਰ ਸਕਦੇ ਹੋ ਨੀਡ ਹੋ ਸਕਦਾ ਤੇ ਇਸ ਤਰੀਕੇ ਦੇ ਤੁਹਾਡੇ ਕੋਲ ਬਹੁਤ ਸਾਰੇ ਵਰਡਸ ਨੇ ਜਿਹੜੇ ਯੂਜ਼ ਕੀਤੇ ਜਾ ਸਕਦੇ ਦੈਨ ਤੁਹਾਡੇ ਕੋਲ ਯੂਜ਼ ਕੀਤੀ ਹੈ ਜੀ ਵਰਬ ਦੀ ਫਰਸਟ ਫਾਰਮ ਤੇ ਲਾਸਟ ਤੁਹਾਡਾ ਆਬਜੈਕਟ ਹੈ ਤਾਂ ਤੁਹਾਡੀ ਪੈਸਿਵ ਵੌਇਸ ਹੈ ਜਿਹੜੀ ਤੁਸੀਂ ਕਿਵੇਂ ਬਣਾਓਗੇ ਤਾਂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਸਬਜੈਕਟ ਨੂੰ ਆਬਜੈਕਟ ਨੂੰ ਚੇਂਜ ਕਰਨਾ ਆਬਜੈਕਟ ਨੂੰ
ऑब्जेक्ट बनाना वो अपना काम आ जाता है ऑब्जेक्ट ਨੂੰ ਬਣਾਤਾ ਆਪਾਂ ਸਬਜੈਕਟ ਦੈਨ ਤੁਹਾਡੇ ਕੋਲੇ ਜਿਹੜੇ ਵਰਡ ਜਿਵੇਂ ਕੈਨ ਆਇਆ ਤਾਂ ਤੁਸੀਂ ਕੈਨ ਨੂੰ ਹੀ ਯੂਜ਼ ਕਰੋਗੇ ਕੁਡ ਆਇਆ ਤਾਂ ਤੁਹਾਡਾ ਕੁਡ ਹੀ ਹੋ ਜਾਏਗਾ ਮੇ ਮਾਈਟ ਸ਼ੈਲ ਸ਼ੁਡ ਜਿਹੜਾ ਵੀ ਵਰਡ ਯੂਜ਼ ਕੀਤਾ ਉਹਨੂੰ ਐਜ਼ ਇਟ ਇਜ਼ ਯੂਜ਼ ਕਰ ਲਓਗੇ ਅੱਗੇ ਜਿਹੜੀ ਤੁਸੀਂ ਐਡੀਸ਼ਨ ਕਰਨੀ ਹੈ ਉਹ ਹੁੰਦੀ ਹੈ ਜੀ ਬੀ ਦੀ ਤਾਂ ਹੁਣ ਇਹਨਾਂ ਤੋਂ ਬਾਅਦ ਜਿਹੜਾ ਵਰਡ ਤੁਸੀਂ ਐਡ ਕਰਨਾ ਉਹ ਹੈ ਬੀ ਦੈਨ ਤੁਸੀਂ ਵਰਬ ਦੀ ਥਰਡ ਫਾਰਮ ਹੈ ਜਿਹੜੀ ਯੂਜ਼ ਕਰੋਗੇ ਤੁਹਾਨੂੰ ਦੱਸਿਆ ਹੀ ਹੈ ਵਰਬ ਦੀ ਥਰਡ ਫਾਰਮ ਤਾਂ ਹਰ ਇੱਕ ਦੇ ਵਿੱਚ ਹੈ ਜਿਹੜੀ ਆਪਣੀ ਯੂਜ਼ ਹੁੰਦੀ ਹੈ ਅੱਗੇ ਤੁਹਾਡੇ ਕੋਲੇ ਜਿਹੜਾ ਆਪਣਾ ਸਬਜੈਕਟ ਆ ਜਾਂਦਾ ਪਰ ਉਸ ਤੋਂ ਪਹਿਲਾਂ ਤੁਹਾਡੇ ਕੋਲੇ ਬਾਈ ਦਾ ਵੀ ਯੂਜ਼ ਕੀਤਾ ਜਾਊਗਾ ਇੱਥੇ ਮਾਰਕ ਨਹੀਂ ਕੀਤਾ ਗਿਆ ਤੈਨੂੰ ਵੀ ਮਾਰਕ ਕਰ ਲਓ ਬਾਈ ਦਾ ਯੂਜ਼ ਤਾਂ ਆਪਣਾ ਹਰ ਇੱਕ ਪੈਸਿਵ ਫਾਰਮ ਦੇ ਵਿੱਚ ਯੂਜ਼ ਹੋਏਗਾ ਹੀ ਹੋਏਗਾ ਕੁਝ ਵੀ ਜਿਹੜੇ ਆਪਣੇ ਕੋਲੇ ਵਰਡ ਹੁੰਦੇ ਜਿਨ੍ਹਾਂ ਨਾਲ ਬਾਈ ਦਾ ਯੂਜ਼ ਨਹੀਂ ਹੁੰਦਾ ਕੋਈ ਹੋਰ ਪ੍ਰੈਪੋਜੀਸ਼ਨ ਯੂਜ਼ ਹੁੰਦੀ ਹੈ ਉਹ ਤੁਹਾਨੂੰ ਕਲਾਸ ਦੇ ਵਿੱਚ ਡਿਸਕਸ ਕਰਵਾਵਾਂਗੇ ਦੇਖੋ ਜੀ ਤਾਂ ਇੱਥੇ ਤੁਹਾਡੇ ਕੋਲੇ ਐਕਟਿਵ ਵੌਇਸ ਆ ਗਈ ਜੇ ਤੁਹਾਡੇ ਕੋਲੇ ਸਬਜੈਕਟ ਕੈਨ ਕੁਡ ਮੇ ਮਾਈਟ ਸ਼ੈਲ ਸ਼ੁਡ ਤੋਂ ਆਰ ਕੋ ਦੀ ਫਰਸਟ ਫਾਰਮ ਦੈਟ ਆਬਜੈਕਟ ਦਾ ਯੂਜ਼ ਕੀਤਾ ਹੋਇਆ ਪੈਸਿਵ ਫਾਰਮ ਕਿਵੇਂ ਬਣੇਗੀ ਤੁਸੀਂ ਯੂਜ਼ ਕਰੋਗੇ ਸਬਜੈਕਟ ਕੈਨ ਕੁਡ ਮੇ ਮਾਈਟ ਸ਼ੈਲ ਸ਼ੁਡ ਦੈਨ ਬੀ ਯੂਜ਼ ਹੋਗਾ ਵਰਬ ਦੀ ਥਰਡ ਫਾਰਮ ਬਾਈ ਔਰ ਸਬਜੈਕਟ एग्जाम्पल है जी ਤੁਹਾਡੇ ਕੋਲ that is you may take this pen you may take this pen देखो you ਤੋਂ ਬਾਅਦ ਆਪਣੇ ਕੋਲ you ਹੋ ਗਿਆ ਸਬਜੈਕਟ may ਹੋਗੀ ਤੁਹਾਡੀ ਆਪਣੇ ਕੋਲੇ ਵਰਡ ਹੈ may तो इधरों आ गया then ਤੁਸੀਂ ਦੇਖੋ take take की verb ਦੀ first form है take to taken then ਤੁਹਾਡੇ ਕੋਲੇ ਆ ਜਾਂਦੀ ਹੈ this pen ਕੀ ਇੱਥੇ ਆਪਣੇ ਕੋਲੇ object ਦੇਖੋ ਹੁਣ ਆਪਾਂ ਬਣਾਉਣੇ ਆ ਜੀ voice change ਕਰਦੇ ਆ object ਬਣ ਗਿਆ subject this pen may ਆਪਾਂ as it is use ਕਰ ਲਿਆ may ਤੋਂ ਬਾਅਦ ਤੁਹਾਡੇ ਕੋਲੇ be use ਹੋਏਗਾ ਜਿਵੇਂ ਤੁਹਾਨੂੰ ਦੱਸਿਆ ਹੀ ਹੈ be ਦਾ ਐਡ ਜਿਹੜਾ ਹੈਗਾ ਤੁਸੀਂ ਕਰਨਾ ਹੁੰਦਾ ਤਾਂ be ਹੋ ਗਿਆ that's the verb ਦੀ third form take to taken ਜਿਵੇਂ ਤੁਹਾਨੂੰ ਦੱਸਿਆ ਤਾਂ verb ਦੀ third form ਆ ਗਈ taken ਅੱਗੇ ਤੁਸੀਂ by ਐਡ ਕਰਨਾ ਹੁੰਦਾ by ਆ ਗਿਆ ਜੀ ਲਾਸਟ ਉੱਤੇ ਤੁਹਾਡੇ ਕੋਲੇ ਜਿਹੜਾ active voice ਦਾ subject ਹੈ ਉਹ ਬਣ ਜਾਏਗਾ passive voice ਦੇ ਵਿੱਚ object ਸੋ ਯੂ ਦਾ ਤੁਹਾਡੇ ਕੋਲ ਆਬਜੈਕਟ ਕੀ ਹੁੰਦਾ ਹੈ ਯੂ ਹੀ ਹੁੰਦਾ ਹੈ ਸੋ ਯੂ ਨੂੰ ਤੁਸੀਂ ਯੂਜ਼ ਕਰੋਗੇ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਨਸੈਪਟ ਪਤਾ ਲੱਗ ਗਿਆ ਹੁਣ ਦੇਖਾਂਗੇ ਇਹਨਾਂ ਰਿਲੇਟਡ ਕੁਐਸਚਨਸ ਹਾਂਜੀ ਤਾਂ ਤਿੰਨ ਕੁਐਸਚਨ ਨੇ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਚੁੱਕੇ ਆ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਐਕਟਿਵ ਟੂ ਪੈਸਿਵ ਜਾਂ ਪੈਸਿਵ ਟੂ ਐਕਟਿਵ ਫਾਰਮ ਦੇ ਵਿੱਚ ਕਨਵਰਟ ਕਰਨਾ ਹੈ ਦੈਨ ਆਪਾਂ ਇਹਨਾਂ ਦੇ ਆਨਸਰ ਤੁਹਾਨੂੰ ਦੱਸਾਂਗੇ ਟਰਾਈ ਕਰੋ ਜੇ ਇੱਕ ਵਾਰ ਤੁਸੀਂ ਸੋਲਵ ਕਰੋ ਦੈਨ ਆਪਾਂ ਜਿਹੜਾ ਇਹਦਾ ਆਨਸਰ ਤੁਹਾਨੂੰ ਦੱਸ ਰਹੇ ਹਾਂ ਕਿ ਇਹਦਾ ਆਨਸਰ ਕੀ ਆਏਗਾ क्वेश्चन पर मैं बात दस दिन फर्स्ट है ਤੁਹਾਡੇ ਕੋਲ they might miss the bus second question is I can solve this sum and the third question is I cannot do it ਤਾਂ ਕਰੋ ਸੋਲਵ ਇਹਨਾਂ ਨੂੰ ਬਣਾਓ ਇਹਦੇ ਐਕਟਿਵ ਜਾਂ ਪੈਸਿਵ ਫਾਰਮਸ ਜੇ ਤੁਹਾਡੇ ਕੋਲ ਸੈਂਟੈਂਸ ਐਕਟਿਵ ਦੇ ਵਿੱਚ ਐਡਮਿਨ ਤੁਹਾਨੂੰ ਪੈਸਿਵ ਫਾਰਮ ਪੁੱਛੀ ਜਾ ਰਹੀ ਹੈ ਜੇ ਸੈਂਟੈਂਸ ਤੁਹਾਡਾ ਪੈਸਿਵ ਫਾਰਮ ਦੇ ਵਿੱਚ ਹੈ ਤਾਂ ਤੁਹਾਨੂੰ ਐਕਟਿਵ ਫਾਰਮ ਪੁੱਛੀ ਜਾ ਰਹੀ ਹੈ ਇੱਥੇ ਮੈਂ ਤੁਹਾਨੂੰ ਨਾ ਤਾਂ ਐਕਟਿਵ ਲਿਖ ਕੇ ਦੇ ਰਹੀ ਹਾਂ ਨਾ ਹੀ ਪੈਸਿਵ ਤਾਂ ਕਿ ਤੁਸੀਂ ਆਪਣੇ ਆਪ ਹੈ ਜਿਹੜਾ ਪਤਾ ਕਰ ਸਕੋ ਕਿ ਸੈਂਟੈਂਸ ਐਕਟਿਵ ਦੇ ਫਾਰਮ ਦੇ ਵਿੱਚ ਹੈ ਜਾਂ ਫਿਰ ਪੈਸਿਵ ਫਾਰਮ ਵਿੱਚ ਪਤਾ ਕਿਵੇਂ ਕਰਨਾ ਇਹ ਚੀਜ਼ ਤੁਹਾਨੂੰ ਫਰਸਟ ਕਲਾਸ ਤੋਂ ਹੀ ਹੈ ਜਿਹੜੇ ਆਪਾਂ ਦੱਸ ਚੁੱਕੇ ਹਾਂ ਫੋਰਥ ਕਲਾਸ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਐਕਟਿਵ ਪੈਸਿਵ ਫਾਰਮ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ ਸੈਕੰਡ ਕਲਾਸ ਦੇ ਵਿੱਚ ਵੀ ਆਪਾਂ ਡਿਸਕਸ ਕੀਤਾ ਅੱਜ ਤੁਹਾਡੀ ਥਰਡ ਕਲਾਸ ਹੈ ਸੋ ਅੱਜ ਦੀ ਕਲਾਸ ਤੁਹਾਨੂੰ ਡਿਫਰੈਂਸ ਨਹੀਂ ਦੱਸਿਆ ਜਾਏਗਾ ਹੁਣ ਤੁਸੀਂ ਖੁਦ ਹੀ ਸੋਲਵ ਕਰਨਾ ਦੇਖੋ ਜੀ हाँ जी, तो ਤੁਸੀਂ ਬਣਾ ਲਏ ਹੋਣਗੇ ਆਨਸਰ ਦੇਖिए ਆਨਸਰ ਕੀ ਹੋਣਗੇ ਇਹਨਾਂ ਦੇ ਦੇਖੋ ਫਰਸਟ ਕੁਐਸਚਨ ਕੀ ਹੈ they might miss the bus ਤਾਂ ਦੇਖੋ ਸਭ ਤੋਂ ਪਹਿਲਾਂ ਆਪਣਾ ਸਬਜੈਕਟ ਹੋ ਗਿਆ then might ਯੂਜ਼ ਕੀਤਾ ਹੈ ਮਿਸ ਤੁਹਾਡੀ verb ਹੋ ਗਈ ਫਰਸਟ ਫਾਰਮ ਹੈ ਮਿਸ ਦੀ ਮਿਸਡ then ਤੁਹਾਡੇ ਕੋਲੇ the bus ਹੋ ਗਿਆ ਇਹ ਹੈਗਾ ਤੁਹਾਡਾ ਆਬਜੈਕਟ ਸਭ ਤੋਂ ਪਹਿਲਾਂ ਆਬਜੈਕਟ ਨੂੰ ਬਣਾਇਆ ਸਬਜੈਕਟ the bus then ਤੁਸੀਂ ਯੂਜ਼ ਕੀਤਾ ਜੀ ਆਪਣਾ might ਵਰਡ might ਹੈ ਤਾਂ might ਹੀ ਯੂਜ਼ ਹੋਏਗਾ तो might ਇਸ ਤੋਂ ਬਾਅਦ ਤੁਸੀਂ ਕੀ ਐਡ ਕਰਨਾ ਹੁੰਦਾ ਹੈ be then ਤੁਸੀਂ verb ਦੀ ਥਰਡ ਫਾਰਮ ਯੂਜ਼ ਕਰੋਗੇ ਤੇ ਫਰਸਟ ਯੂਜ਼ ਕੀਤੀ ਹੈ ਤੇ ਮਿਸ ਦੀ ਕੀ ਹੋ ਜਾਏਗੀ ਮਿਸਡ ਦੈਨ ਬਾਈ ਵਰਡ ਐਡ ਹੋ ਜਾਏਗਾ ਬਾਈ ਤੋਂ ਬਾਅਦ ਤੁਹਾਡੇ ਕੋਲੇ ਸਬਜੈਕਟ ਆ ਜਾਏਗਾ ਜੀ ਸਬਜੈਕਟ ਜਿਹੜਾ ਹੈ ਤੁਹਾਡੇ ਕੋਲੇ ਦੇ ਹੈ ਤਾਂ ਦੇ ਦਾ ਆਬਜੈਕਟਿਵ ਫਾਰਮ ਹੋ ਜਾਏਗਾ ਦੈਨ ਐਵੇਂ ਜਿਹੜਾ ਤੁਹਾਡਾ ਫਰਸਟ ਟੈਂਸ ਬਣਦਾ ਫਰਸਟ ਸੈਂਟੈਂਸ ਜਿਹੜਾ ਟ੍ਰਾਂਸਲੇਟ ਹੋਣਾ ਸੀ ਦਾ ਬੱਸ ਮਾਈਟ ਬੀ ਮਿਸਡ ਬਾਈ ਦੈਨ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਐਕਟਿਵ ਟੂ ਪੈਸਿਵ ਫਾਰਮ ਹੈ ਜਿਹੜੀ ਆਪਾਂ ਬਣਾਈ ਹੈ ਬਿਕਾਜ਼ ਹੁਣ ਤੁਹਾਨੂੰ ਪਤਾ ਹੀ ਹੈ ਐਕਟਿਵ ਫਾਰਮ ਕਿਵੇਂ ਬਣੀ ਹੈ ਐਕਟਿਵ ਫਾਰਮ ਕਿਉਂ ਸੀ ਬਿਕਾਜ਼ ਇੱਥੇ ਬਾਈ ਦਾ ਯੂਜ਼ ਨਹੀਂ ਕੀਤਾ ਵਰਬ ਦੀ ਥਰਡ ਫਾਰਮ ਯੂਜ਼ ਨਹੀਂ ਕੀਤੀ ਵਰਬ ਦੀ ਥਰਡ ਫਾਰਮ ਯੂਜ਼ ਹੋਏਗੀ ਬਾਈ ਦਾ ਯੂਜ਼ ਹੋਏਗਾ ਜਦੋਂ ਤੁਸੀਂ ਪੈਸਿਵ ਫਾਰਮ ਬਣਾਓਗੇ ਹਾਂਜੀ ਸੈਕੰਡ ਕੁਐਸਚਨ ਦੇਖੋ I can solve this sum. I ਤੁਹਾਡਾ ਸਬਜੈਕਟ ਹੋ ਗਿਆ can ਤੁਹਾਡਾ ਮੋਡਲ ਫਾਰਮ ਯੂਜ਼ ਕੀਤੀ ਹੋਈ ਹੈ then solve verb ਦੀ ਫਰਸਟ ਫਾਰਮ ਆ ਗਈ ਤੇ this sum ਤੁਹਾਡਾ ਆਬਜੈਕਟ ਬਣ ਗਿਆ ਹੁਣ ਕਰੋ ਜੀ ਇਹਨਾਂ ਨੂੰ solve ਫਰਸਟ ਤੁਹਾਡਾ ਆਬਜੈਕਟ ਸਬਜੈਕਟ ਬਣਿਆ this sum then ਤੁਸੀਂ ਯੂਜ਼ ਕਰੋਗੇ ਆਪਣੀ ਫਾਰਮ can ਦਾ can ਹੀ ਰਹੇਗਾ ਇਹਨੂੰ ਕੁਡ ਨਹੀਂ ਬਣਾਉਣਾ ਇਹਦੇ ਵਿੱਚ ਕਿਸੇ ਨੇ ਕਨਫਿਊਜ਼ ਹੋਣਾ ਜਿਹੜੀ ਫਾਰਮ ਯੂਜ਼ ਕੀਤੀ ਹੈ ਤੁਸੀਂ ਉਸੇ ਨੂੰ ਵੀ ਯੂਜ਼ ਕਰੋਗੇ ਬਸ ਨਾਲ ਜਿਹੜੀ ਐਡੀਸ਼ਨ ਹੁੰਦੀ ਹੈ ਉਹ be ਦੀ ਹੋ ਜਾਂਦੀ ਹੈ can be then ਤੁਹਾਡੇ ਕੋਲੇ solve ਹੈ solve ਦੀ verb ਦੀ ਥਰਡ ਫਾਰਮ ਹੋ ਜਾਊਗੀ ਤੁਹਾਡੇ ਕੋਲੇ solve solve ਦੀ ਥਰਡ ਫਾਰਮ ਕੀ ਹੈ solved ਹਾਂਜੀ ਥਰਡ ਆਪਣੇ ਕੋਲੇ ਆ ਜਾਂਦਾ ਆਪਾਂ ਜਿਹੜਾ ਚੂਜ਼ ਕਰਨਾ ਤੇ ਉਹਦਾ ਵਰਡ ਬਾਈ ਆ ਗਿਆ ਆਪਣੇ ਕੋਲੇ ਨੈਕਸਟ ਆਪਣੇ ਕੋਲੇ ਆ ਜਾਏਗਾ ਜੀ ਸਬਜੈਕਟ ਜਿਹਨੂੰ ਆਪਾਂ ਬਣਾ ਲਾਂਗੇ ਆਬਜੈਕਟ ਆਈ ਦਾ ਕੀ ਬਣ ਜਾਏਗਾ ਵੀ this sum can be solved by me ਇਹ ਸੀ ਜੀ ਆਪਣਾ ਸੈਕੰਡ ਸੈਂਟੈਂਸ ਜਿਹਨੂੰ ਆਪਾਂ ਚੇਂਜ ਕੀਤਾ ਪੈਸਿਵ ਫਾਰਮ ਦੇ ਵਿੱਚ
ਲਾਸਟ ਕੁਐਸਚਨ ਹੈ ਜੀ ਤੁਹਾਡੇ ਕੋਲ ਹੁਣ ਇਹ ਨੇਗੇਸ਼ਨ ਦੇ ਵਿੱਚ ਦਿੱਤਾ ਹੋਇਆ ਨੈਗੇਟਿਵ ਸੈਂਟੈਂਸ ਹੈ, ਤਾਂ ਹੁਣ ਇਹਨੂੰ ਕਿਵੇਂ ਚੇਂਜ ਕਰੋਗੇ? ਆਈ ਕੈਨ ਡੂ ਇਟ, ਤਾਂ ਹੁਣ ਇਹ ਆਪਾਂ ਨੈਗੇਟਿਵ ਸੈਂਟੈਂਸਸ ਨੂੰ ਬਣਾਉਣਾ ਵੀ ਹੈ ਜਿਹੜਾ ਕਲਾਸ ਦੇ ਵਿੱਚ ਸਿੱਖਿਆ, ਸੋ ਇਹਨੂੰ ਕਿਵੇਂ ਕਰੋਗੇ ਜੀ? ਆਪਣਾ ਸੈਂਟੈਂਸ ਸਭ ਤੋਂ ਪਹਿਲਾਂ ਆਬਜੈਕਟ ਆਪਣਾ ਜਿਹੜਾ ਹੈ ਸਬਜੈਕਟ ਬਣ ਜਾਏਗਾ। ਵੈਸੇ ਤੁਹਾਨੂੰ ਪਤਾ ਹੈ ਇਹ ਚੀਜ਼ ਪਤਾ ਲੱਗ ਗਈ ਸਬਜੈਕਟ ਕੀ ਹੁੰਦਾ ਹੈ, ਸਬਜੈਕਟ ਕਿਵੇਂ ਫਾਈਂਡ ਆਊਟ ਕਰਨਾ ਹੈ। ਦੈਨ ਕੈਨਟ ਆਇਆ, ਡੂ वर्ब ਦੀ ਫਰਸਟ ਫਾਰਮ ਹੋਗੀ, ਦੈਨ ਆਬਜੈਕਟ ਹੋ ਗਿਆ, ਤਾਂ ਇਹ ਤਾਂ ਸਭ ਤੋਂ ਪਹਿਲਾਂ ਆਬਜੈਕਟ ਲਿਖਿਆ। ਦੈਨ ਤੁਹਾਡੇ ਕੋਲੇ ਕੈਨ, ਵੁੱਡ, ਮੇ, ਮਾਈਟ ਜਿਹੜੀ ਵੀ ਚੀਜ਼ ਯੂਜ਼ ਕੀਤੀ ਉਹਨੂੰ ਲਿਖੋਗੇ। नॉट, कैन नॉट है तो कैन नॉट की यूज कर लिया। आगे ਤੁਹਾਡੇ ਕੋਲੇ be ਆ ਜਾਏਗਾ कैन नॉट be, then ਤੁਸੀਂ verb ਦੀ ਥਰਡ ਫਾਰਮ do ਦਾ ਤੁਹਾਡੇ ਕੋਲੇ ਥਰਡ ਫਾਰਮ do that do, then did, ਲਾਸਟ ਹੁੰਦੇ ਤੁਹਾਡੇ ਕੋਲੇ done, do did done, first second and third, ਤਾਂ it cannot be done। ਅੱਗੇ ਤੁਸੀਂ by यूज करोगे, लास्ट ਤੁਹਾਡੇ ਕੋਲੇ I ਦਾ ਕੀ ਬਣ ਜਾਏਗਾ? ऑब्जेक्ट बन जाएगा, that is me। ਸਬਜੈਕਟਿਵ ਫਾਰਮ ਨੂੰ ਆਬਜੈਕਟਿਵ ਫਾਰਮ ਚ ਯੂਜ਼ ਕੀਤਾ, I ਦੀ ਕੀ ਬਣਾਤਾ me। ਸੋ ਲਾਸਟ ਸੈਂਟੈਂਸ ਥਰਡ ਸੈਂਟੈਂਸ ਕਿਵੇਂ ਚੇਂਜ ਹੋਇਆ? ਇਟ ਕੈਨ ਨਾਟ ਬੀ ਡਨ ਬਾय me। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਹਾਂਜੀ, ਤਾਂ ਨੈਕਸਟ ਜਿਹੜਾ ਆਪਣਾ ਕੰਸੈਪਟ ਬਣ ਜਾਂਦਾ ਹੈ, ਇਹ ਵਾਲਾ ਟੌਪਿਕ ਧਿਆਨ ਨਾਲ ਕਰਨਾ ਕਿ ਕੈਨ, ਵੁੱਡ, ਮੇ, ਮਾਈਟ ਇਹਨਾਂ ਨੂੰ ਤੁਸੀਂ ਜਿਵੇਂ ਯੂਜ਼ ਕੀਤਾ ਹੋਇਆ ਉਵੇਂ ਹੀ ਯੂਜ਼ ਕਰੋਗੇ, ਜਿਵੇਂ ਐਕਟਿਵ ਫਾਰਮ ਚ। ਜਿਵੇਂ ਮਾਈਟ ਨੂੰ ਮਾਈਟ ਹੀ ਯੂਜ਼ ਕੀਤਾ, ਮੇ ਨਹੀਂ ਬਣਾਇਆ। ਕੈਨ ਤਾਂ ਕੁਡ ਨਹੀਂ ਬਣੇਗਾ, ਬਸ ਨਾਲ ਉਹਦੇ ਬੀ ਫਾਰਮ ਯੂਜ਼ ਕਰੋਗੇ। ਕੈਨ ਨਾਟ ਤਾਂ ਆਪਾਂ ਕੁਡ ਨਾਟ ਨਹੀਂ ਬਣਾਇਆ, ਸਿੰਪਲ ਤੁਸੀਂ ਪੀ ਫਾਰਮ ਯੂਜ਼ ਕੀਤੀ ਹੈ, verb ਦੀ ਥਰਡ ਫਾਰਮ ਬਣਾ ਗਿਆ, ਤੇ ਨਾਲ ਤੁਹਾਡਾ ਬਾਈ ਵਰਡ ਯੂਜ਼ ਹੋ ਕੇ ਸਬਜੈਕਟ ਆਬਜੈਕਟ ਆਬਜੈਕਟ ਸਬਜੈਕਟ ਜਿਹੜਾ ਤੁਸੀਂ ਚੇਂਜ ਕੀਤਾ। ਹਾਂਜੀ, ਤਾਂ ਅਗਲਾ ਜਿਹੜਾ ਆਪਣੇ ਕੋਲੇ ਟੌਪਿਕ ਆ ਜਾਂਦਾ ਦੈਟ ਇਜ਼ ਇੰਟੈਰੋਗੇਟਿਵ ਸੈਂਟੈਂਸਸ। ਇੰਟੈਰੋਗੇਟਿਵ ਸੈਂਟੈਂਸਸ ਹੋ ਜਾਂਦੇ ਤੁਹਾਡੇ ਪ੍ਰਸ਼ਨ ਵਾਲੇ ਸੈਂਟੈਂਸ, ਜਿਵੇਂ ਜਿਹਦੇ ਵਿੱਚ ਤੁਹਾਡੇ ਤੋਂ ਕੋਈ ਕੁਐਸਚਨ ਪੁੱਛਿਆ ਜਾਂਦਾ ਹੈ, ਤੁਸੀਂ ਕਿਸੇ ਨੂੰ ਕੁਐਸਚਨ ਪੁੱਛਦੇ ਹੋ ਜਾਂ ਕੋਈ ਤੁਹਾਡੇ ਤੋਂ ਕੁਐਸਚਨ ਪੁੱਛਦਾ, ਤਾਂ ਉਹ ਸੈਂਟੈਂਸ ਕੀ ਹੁੰਦੇ ਤੁਹਾਡੇ ਕੋਲੇ? ਇੰਟੈਰੋਗੇਟਿਵ। ਇੰਟੈਰੋਗੇਸ਼ਨ ਕੀਤੀ ਜਾ ਰਹੀ ਹੈ, ਕਿਸੇ ਚੀਜ਼ ਦੀ ਜਾਣਕਾਰੀ ਗੈਦਰ ਕੀਤੀ ਜਾ ਰਹੀ ਹੈ, ਇੰਟੈਰੋਗੇਸ਼ਨ। ਤਾਂ ਇੰਟੈਰੋਗੇਟਿਵ ਸੈਂਟੈਂਸ ਤੋਂ ਤੁਸੀਂ ਬਣਾ ਸਕਦੇ ਹੋ ਇੰਟੈਰੋਗੇਟਿਵ ਪ੍ਰਸ਼ਨਵਾਚਕ ਸੈਂਟੈਂਸਸ। ਆਪਣੇ ਕੋਲੇ ਵਾਕ, ਹੁਣ ਉਹਨਾਂ ਨੂੰ ਆਪਾਂ ਕਿਵੇਂ ਚੇਂਜ ਕਰਾਂਗੇ? ਐਕਟਿਵ ਟੂ ਪੈਸਿਵ ਫਾਰਮ, ਪੈਸਿਵ ਟੂ ਐਕਟਿਵ ਫਾਰਮ ਕਿਵੇਂ ਬਣਾਈ ਜਾਏਗੀ? ਤਾਂ ਉਹ ਚੀਜ਼ ਹੈ ਜਿਹੜੀ ਆਪਾਂ ਦੇਖਣੀ ਹੈ। ਹਾਂਜੀ, ਤੇ ਥੋੜਾ ਜਿਹਾ ਟ੍ਰਿਕੀ ਪੋਰਸ਼ਨ ਆ ਜਾਂਦਾ ਹੈ ਜਦੋਂ ਵੀ ਤੁਹਾਡੇ ਕੋਲ ਕਿਸੇ ਇੰਟੈਰੋਗੇਟਿਵ ਸੈਂਟੈਂਸ ਦੀ ਐਕਟਿਵ ਪੈਸਿਵ ਫਾਰਮ ਚੇਂਜ ਕਰਨ ਦੇ ਲਈ ਕਿਹਾ ਜਾਵੇ, ਤਾਂ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਦੇਖੋਗੇ ਆਪਸ਼ਨ। ਤਾਂ ਇਹ ਵਾਲਾ ਪੋਰਸ਼ਨ ਹੈ ਜਿਹੜਾ ਤੁਸੀਂ ਆਪਸ਼ਨ ਨਾਲ ਹੀ ਜਿਹੜਾ ਹੈਗਾ ਸੋਲਵ ਕਰੋਗੇ। ਆਪਾਂ ਜਿਹੜੇ ਤੁਹਾਨੂੰ ਕੁਐਸਚਨ ਕਰਵਾਵਾਂਗੇ ਉਹ ਵਿਦਆਊਟ ਆਪਸ਼ਨ ਹੀ ਹੋਣਗੇ, ਤਾਂ ਜੋ ਤੁਹਾਨੂੰ ਜਿਹੜਾ ਚੰਗੇ ਤਰੀਕੇ ਨਾਲ ਸਮਝ ਆ ਸਕੇ। ਬਾਕੀ ਜਦੋਂ ਤੁਹਾਨੂੰ ਆਪਸ਼ਨਸ ਹੋਣੀਆਂ ਤਾਂ ਤੁਸੀਂ ਆਪਸ਼ਨਸ ਦੇ ਥਰੂ ਹੀ ਹੈ ਜਿਹੜਾ ਇਹ ਕੁਐਸਚਨ ਨੂੰ ਸੋਲਵ ਕਰਨਾ ਹੈ। ਹਾਂਜੀ, ਤਾਂ ਚੈੱਕ ਕਰੋ। ਸਭ ਤੋਂ ਪਹਿਲਾਂ ਪੈਸਿਵ ਫਾਰਮ ਬਣਾਓਗੇ ਤਾਂ ਉਹਦੇ ਵਿੱਚ ਕੀ ਚੀਜ਼ ਹੋਏਗੀ ਕਿ ਇੰਟੈਰੋਗੇਟਿਵ ਸੈਂਟੈਂਸਸ ਪੈਸਿਵ ਵੌਇਸ ਦੇ ਵਿੱਚ ਕੀ ਹੁੰਦਾ ਹੈ? ਦ ਹੈਲਪਿੰਗ ਵਰਬ ਸ਼ੁੱਡ ਬੀ ਯੂਜ਼ਡ ਬਿਫੋਰ ਦਾ ਸਬਜੈਕਟ। ਜਿਹੜੀ ਹੈਲਪਿੰਗ ਵਰਬ ਹੁੰਦੀ ਹੈ, ਬੇਸਿਕਲੀ ਦੇਖਿਆ ਜਾਵੇ ਹਰ ਇੱਕ ਇੰਟੈਰੋਗੇਟਿਵ ਸੈਂਟੈਂਸ ਦੇ ਵਿੱਚ ਇਹ ਹੁੰਦਾ, ਜ਼ਰੂਰੀ ਨਹੀਂ ਪੈਸਿਵ ਵੌਇਸ ਦੇ ਵਿੱਚ। ਇੰਟੈਰੋਗੇਟਿਵ ਸੈਂਟੈਂਸ ਦੇ ਵਿੱਚ ਹੈਲਪਿੰਗ ਵਰਬ ਹੈ ਜਿਹੜੀ ਸਬਜੈਕਟ ਤੋਂ ਪਹਿਲਾਂ ਹੀ ਯੂਜ਼ ਕੀਤੀ ਜਾਂਦੀ ਹੈ। ਸੈਕਿੰਡ ਜਿਹੜੀ ਆਪਣੇ ਕੋਲੇ ਆ ਜਾਂਦੀ ਹੈ ਜੀ, ਸੈਕਿੰਡ ਪੁਆਇੰਟ ਕੀ ਹੈ ਕਿ ਇਜ਼ ਐਮ ਆਰ, ਜੇ ਸੈਂਟੈਂਸ ਦੇ ਵਿੱਚ ਇਜ਼ ਐਮ ਆਰ ਯੂਜ਼ ਕੀਤਾ ਹੈ ਉਹਨੂੰ ਯੂਜ਼ ਕੀਤਾ ਜਾਏਗਾ ਇਜ਼ ਯੂਜ਼ਡ ਇਨਸਟੈਡ ਆਫ ਡੂ ਡਜ਼। ਡੂ ਡਜ਼ ਦੀ ਥਾਂ ਦੇ ਉੱਤੇ ਜੇ ਤੁਹਾਡੇ ਕੋਲੇ ਐਕਟਿਵ ਵੌਇਸ ਦੇ ਵਿੱਚ ਡੂ ਡਜ਼ ਹੈ ਜਿਹੜਾ ਯੂਜ਼ ਕੀਤਾ ਗਿਆ, ਡੂ ਡਜ਼ ਹੀ ਰੀਚ ਦਾ ਪਲੇਸ, ਐਵੇਂ ਜਿਵੇਂ ਆਪਾਂ ਸੈਂਟੈਂਸ ਬਣਾਤਾ ਡਜ਼ ਹੀ ਰੀਚ ਦਾ ਪਲੇਸ, ਡਜ਼ ਹੀ ਪਲੇਡ ਦਾ ਮੈਚ, ਜਿਵੇਂ ਇਹ ਆਪਣਾ ਸੈਂਟੈਂਸ ਹੋ ਗਿਆ। ਹੁਣ ਉੱਥੇ ਆਪਾਂ ਡੂ ਡਜ਼ ਨਾਲ ਸੈਂਟੈਂਸ ਕੁਐਸਚਨ ਪੁੱਛਿਆ, ਤਾਂ ਉਹਨਾਂ ਨੂੰ ਆਪਾਂ ਕਿਵੇਂ ਚੇਂਜ ਕਰਾਂਗੇ? ਇਸ ਐਮ ਆਰ ਦਾ ਯੂਜ਼ ਕਰਕੇ ਚੇਂਜ ਕਰਾਂਗੇ। ਜੇ ਤੁਹਾਡੇ ਸੈਂਟੈਂਸ ਹੈ ਜਿਹੜਾ ਡਿਡ ਦੇ ਨਾਲ ਪੁੱਛਿਆ ਜਾ ਰਿਹਾ ਤਾਂ ਤੁਸੀਂ ਉਹਨੂੰ ਕੀ ਕਰੋਗੇ? ਰਿਪਲੇਸ ਕਰ ਦੋਗੇ ਬਾਸ ਵਰਡ ਦੇ ਨਾਲ, ਜਦੋਂ ਤੁਸੀਂ ਪੈਸੇ ਫਾਰਮ ਬਣਾਏ। So is MR is used instead of do does and was is used instead of did। ਨੈਕਸਟ ਆਪਣੇ ਕੋਲੇ ਪੁਆਇੰਟ ਆ ਜਾਂਦਾ ਹੈ ਜੀ, ਜਦੋਂ ਤੁਸੀਂ ਇੰਟੈਰੋਗੇਟਿਵ ਸੈਂਟੈਂਸਸ ਨੂੰ ਪੈਸਿਵ ਵੌਇਸ ਦੇ ਵਿੱਚ ਚੇਂਜ ਕਰਨਾ ਹੈ ਤਾਂ ਥਰਡ ਪੁਆਇੰਟ ਜਿਹੜਾ ਤੁਹਾਡੇ ਕੋਲ ਹੈ who ਨੂੰ ਚੇਂਜ ਕੀਤਾ ਜਾਂਦਾ ਬਾਈ whom ਦੇ ਵਿੱਚ, ਐਂਡ whom ਨੂੰ ਚੇਂਜ ਕੀਤਾ ਜਾਂਦਾ ਹੈ who ਦੇ ਵਿੱਚ। ਜਦੋਂ ਤੁਸੀਂ ਐਕਟਿਵ ਫਾਰਮ ਦੇ ਵਿੱਚ ਦੇਖਦੇ ਹੋ who, ਤਾਂ ਤੁਹਾਡਾ ਪੈਸਿਵ ਫਾਰਮ ਦੇ ਵਿੱਚ ਬਾਈ whom ਹੋ ਜਾਏਗਾ। ਜੇ ਐਕਟਿਵ ਫਾਰਮ ਦੇ ਵਿੱਚ ਤੁਹਾਡੇ ਕੋਲੇ who ਦਿੱਤਾ ਹੋਇਆ ਤਾਂ ਤੁਹਾਡੇ ਕੋਲ ਪੈਸਿਵ ਫਾਰਮ ਦੇ ਵਿੱਚ who ਹੋ ਜਾਏਗਾ। ਇਹ ਚੀਜ਼ ਤੁਸੀਂ ਨੋਟ ਕਰਨੀ ਹੈ। ਨੈਕਸਟ ਆਪਣੇ ਕੋਲੇ ਆ ਜਾਂਦਾ ਜੀ ਟਾਈਪ ਦੈਟ ਇਜ਼ ਸ਼ੈਲ ਔਰ ਬਿਲ। ਸ਼ੈਲ ਬਿਲ ਦੇ ਨਾਲ ਤੁਹਾਡੇ ਕੋਲ ਕੀ ਆ ਜਾਂਦਾ ਬੀ, ਤੇ ਔਰ ਸ਼ੈਲ ਬਿਲ ਦੇ ਨਾਲ ਜਾਂ ਫਿਰ ਹੈਵ ਬੀ। ਸਟਰਕਚਰ ਐਂਡ ਦੋ ਸਟਰਕਚਰਸ ਆ ਜਾਂਦੀਆਂ, ਫਰਸਟ ਹੈ ਸ਼ੈਲ ਬਿਲ ਬੀ, ਸ਼ੈਲ ਬੀ ਬਿਲ ਬੀ। ਸੈਕੰਡ ਆ ਜਾਂਦੀ ਹੈ ਸ਼ੈਲ ਹੈਵ ਬੀਨ ਔਰ ਬਿਲ ਹੈਵ ਬੀ। ਤਾਂ ਉਹਨਾਂ ਨੂੰ ਤੁਸੀਂ ਕਿਵੇਂ ਚੇਂਜ ਕਰੋਗੇ? ਤਾਂ ਸੈਂਟੈਂਸ ਤੁਹਾਡਾ ਐਕਟਿਵ ਟੂ ਪੈਸਿਵ ਬਣਾ ਰਹੇ ਹੋ ਤਾਂ ਸ਼ੈਲ ਬਿਲ ਸੇਮ ਰਹੇਗਾ, ਸਬਜੈਕਟ ਤੋਂ ਬਾਅਦ ਬੀ ਯੂਜ਼ ਕੀਤੀ ਜਾਏਗੀ। ਜਾਂ ਫਿਰ ਤੁਹਾਡੇ ਕੋਲੇ ਜਿਵੇਂ ਸ਼ੈਲ ਬਿਲ ਸੇਮ ਰਹੇਗਾ, ਸਬਜੈਕਟ ਤੋਂ ਬਾਅਦ ਹੈਵ ਬੀਨ ਹੈ ਜਿਹੜਾ ਯੂਜ਼ ਕੀਤਾ ਜਾਏਗਾ। ਫਿਰ ਤੁਹਾਡੇ ਕੋਲੇ ਜਿਹੜਾ ਹੈਵ ਬੀਨ ਹੈ ਇਸ ਤੋਂ ਪਹਿਲਾਂ ਜਿਹੜਾ ਸਬਜੈਕਟ ਹੋ ਜਾਏਗਾ, ਸ਼ੈਲ ਬਿਲ ਤੋਂ ਪਹਿਲਾਂ ਜਿਹੜਾ ਸਬਜੈਕਟ ਹੈ ਤੁਸੀਂ ਐਡ ਕਰ ਦੋਗੇ ਜਦੋਂ ਤੁਸੀਂ ਪੈਸਿਵ ਫਾਰਮ ਬਣਾਈ ਹੈ। ਅਗਲਾ ਜਿਹੜਾ ਆਪਣੇ ਕੋਲੇ ਆ ਜਾਂਦਾ ਜੀ 5 ਨੰਬਰ ਪੁਆਇੰਟ ਦੈਟ ਇਜ਼ when by remains unchanged helping verb should be used before subject। ਜੇ ਕੋਈ ਸੈਂਟੈਂਸ ਪੁੱਛਿਆ ਜਾ ਰਿਹਾ ਹੈ, ਬਟ ਦਾ ਯੂਜ਼ ਹੋ ਗਿਆ, ਬੈਨ ਦਾ ਯੂਜ਼ ਹੋ ਗਿਆ, ਵਾਈ ਡਬਲਯੂ ਐਚ ਫੈਮਿਲੀ ਨਾਲ ਕੋਈ ਸੈਂਟੈਂਸ ਪੁੱਛਿਆ ਜਾ ਰਿਹਾ, ਕੁਐਸਚਨ ਪੁੱਛਿਆ ਜਾ ਰਿਹਾ, ਬਟ ਆਰ ਯੂ ਡੂਇੰਗ, ਤਾਂ ਹੁਣ ਉੱਥੇ ਤੁਹਾਡਾ ਬਟ ਜਿਹੜਾ ਹੈ ਤੁਸੀਂ ਇਜ਼ ਐਮ ਆਰ ਬਾਜ਼ਵਰ ਨਾਲ ਯੂਜ਼ ਨਹੀਂ ਕਰੋਗੇ। ਹੂ ਹੈ ਜਿਹੜਾ ਤੁਸੀਂ ਨਹੀਂ ਬਣਾ ਸਕਦੇ, ਸ਼ੈਲ ਵਿਲ ਯੂਜ਼ ਨਹੀਂ ਕਰ ਸਕਦੇ, ਤਾਂ ਉੱਥੇ ਕੀ ਹੁੰਦਾ ਉਹਨਾਂ ਨੂੰ ਅਨਚੇਂਜਡ ਰੱਖਿਆ ਜਾਂਦਾ ਹੈ। ਬਟ ਨਾਲ ਸੈਂਟੈਂਸ ਸਟਾਰਟ ਹੋਇਆ ਤਾਂ ਬਟ ਨਾਲ ਹੀ ਹੈ ਜਿਹੜਾ ਤੁਸੀਂ ਪੈਸਿਵ ਫਾਰਮ ਹੈ ਜਿਹੜੀ ਉਹਦੀ ਬਣਾ ਦੋਗੇ। ਸੋ ਬਾਕੀ ਤੁਹਾਡੀ ਜਿਹੜੀ ਹੈਲਪਿੰਗ ਵਰਬ ਹੋਏਗੀ ਉਹਨੂੰ ਤੁਸੀਂ ਕਿਵੇਂ ਕਰਨਾ ਹੈ? ਆਪਣਾ ਸਬਜੈਕਟ ਤੋਂ ਪਹਿਲਾਂ ਹੀ ਲਿਖੋਗੇ, ਫਿਰ ਹੀ ਤਾਂ ਉਹ ਇੰਟੈਰੋਗੇਟਿਵ ਸੈਂਟੈਂਸ ਬਣੇਗਾ। ਹਾਂਜੀ, ਤਾਂ ਇਹ ਸੀ ਤੁਹਾਡੇ ਰੂਲਸ ਜਿਹੜੇ ਆਪਾਂ ਡਿਸਕਸ ਕੀਤੇ ਆ। ਹੁਣ ਆਪਾਂ ਇੱਕ ਐਗਜ਼ਾਮਪਲ ਲੈਣੇ ਆ, ਐਗਜ਼ਾਮਪਲ ਤੋਂ ਬਿਨਾਂ ਤੁਹਾਨੂੰ ਕੋਈ ਵੀ ਕਨਸੈਪਟ ਸਮਝ ਨਹੀਂ ਆਉਂਦਾ। ਸੋ ਸਭ ਤੋਂ ਪਹਿਲਾਂ ਆਪਾਂ ਐਗਜ਼ਾਮਪਲ ਦੇਖਾਂਗੇ, ਦੈਨ ਤੁਹਾਨੂੰ ਕੁਐਸਚਨ ਦੇਵਾਂਗੇ, ਤੁਸੀਂ ਸੋਲਵ ਕਰਨੇ। ਫਰਸਟ ਕੁਐਸਚਨ ਦੇਖੋ, ਐਗਜ਼ਾਮਪਲ ਦੇਖੋ ਜੀ।
डस शी टेल अ स्टोरी ਹੁਣ ਸੈਂਟੈਂਸ ਕਿਹਦੇ ਨਾਲ ਸਟਾਰਟ ਹੋਇਆ ਡਸ ਦੇ ਨਾਲ ਕਿਹਦੇ ਨਾਲ ਸਟਾਰਟ ਹੋਇਆ ਡਸ ਦੇ ਨਾਲ ਤੇ ਤੁਹਾਨੂੰ ਦੱਸਿਆ ਕਿ ਕੋਈ ਸੈਂਟੈਂਸ ਜੇ ਡੂ ਡਸ ਨਾਲ ਸਟਾਰਟ ਹੋ ਰਿਹਾ ਜਿਵੇਂ ਆਪਾਂ ਸੈਕੰਡ ਪੁਆਇੰਟ ਹੀ ਤੁਹਾਨੂੰ ਕਰਵਾਇਆ ਕਿ ਜੇ ਸੈਂਟੈਂਸ ਡੂ ਡਸ ਨਾਲ ਸਟਾਰਟ ਹੋਇਆ ਤਾਂ ਉਹਦੀ ਥਾਂ ਤੇ ਤੁਸੀਂ ਜਦੋਂ ਪੈਸਿਵ ਫਾਰਮ ਬਣਾਓਗੇ ਤਾਂ ਕੀ ਯੂਜ਼ ਹੋਊਗਾ ਇਜ਼ ਐਮ ਆਰ ਦਾ ਯੂਜ਼ ਹੋਊਗਾ ਹੁਣ ਇਹ ਯੂਜ਼ ਹੁੰਦਾ ਤੁਹਾਡਾ ਸਬਜੈਕਟ ਅਕੋਰਡਿੰਗ ਜੇ ਸੈਂਟੈਂਸ ਦੇ ਵਿੱਚ ਸਬਜੈਕਟ ਤੁਹਾਡਾ ਆਈ ਹੋਣਗੇ ਤਾਂ ਤੁਸੀਂ ਐਮ ਦਾ ਯੂਜ਼ ਕਰੋਗੇ ਜੇ ਸਿੰਗੂਲਰ ਸੈਂਟੈਂਸ ਵਿੱਚ ਸਬਜੈਕਟ ਸਿੰਗੂਲਰ ਹੋਇਆ ਤਾਂ ਤੁਸੀਂ ਇਸ ਦਾ ਯੂਜ਼ ਕਰੋਗੇ ਜੇ ਪਲੂਰਲ ਹੋਇਆ ਤਾਂ ਤੁਸੀਂ ਆਰ ਦਾ ਯੂਜ਼ ਕਰੋਗੇ ਦੇਖੋ ਡਸ ਦੀ ਥਾਂ ਤੇ ਆਪਾਂ ਇਸ ਐਮ ਆਰ ਯੂਜ਼ ਕਰਾਂਗੇ ਉਸ ਤੋਂ ਪਹਿਲਾਂ ਦੇਖੋ ਤੁਹਾਡੇ ਕੋਲੇ ਕੀ ਯੂਜ਼ ਹੋ ਰਿਹਾ ਸੈਂਟੈਂਸ ਵਿੱਚ ਸਬਜੈਕਟ ਕੀ ਹੋਊਗਾ ਸ਼ੀ ਟੈਲ ਅ ਸਟੋਰੀ ਹੁਣ ਅ ਸਟੋਰੀ ਤੁਹਾਡਾ ਆਬਜੈਕਟ ਹੈ ਤਾਂ ਉਹ ਬਣ ਜਾਊਗਾ ਸਬਜੈਕਟ ਅ ਸਟੋਰੀ ਹੁਣ ਅ ਸਟੋਰੀ ਤੁਹਾਡਾ ਸਿੰਗੂਲਰ ਹੈ ਸੋ ਉਸ ਅਕੋਰਡਿੰਗ ਤੁਹਾਡੀ verb ਵੀ ਸਿੰਗੂਲਰ ਹੋ ਜਾਏਗੀ ਇਜ਼ ਅ ਸਟੋਰੀ ਇਜ਼ ਅੱਗੇ ਤੁਹਾਡੇ ਕੋਲੇ ਆ ਜਾਏਗਾ ਜੀ verb ਦੀ ਥਰਡ ਫਾਰਮ ਦੈਟ ਇਜ਼ ਟੈਲ ਦਾ ਕੀ ਬਣ ਜਾਏਗਾ ਟੋਲਡ ਟੈਲ ਦੀ ਥਰਡ ਫਾਰਮ ਕੀ ਹੈ ਟੈਲ told थर्ड फॉर्म भी ਤੁਹਾਡੇ ਕੋਲ ਕੀ ਹੈ told tell told verb ਦੀ ਥਰਡ ਫਾਰਮ ਆ ਗਈ then by ਯੂਜ਼ ਕੀਤਾ ਲੰਗ ਸੇ she ਦਾ ਕੀ ਬਣਾਤਾ ਆਪਾਂ ਹਰ ਬਣਾਤਾ ਇਹ ਸਬਜੈਕਟ ਸੀ ਇਹ ਹੈਲਪਿੰਗ verb ਹੈ ਤੁਹਾਡੀ ਤੁਹਾਨੂੰ ਦੱਸਿਆ ਹੀ ਹੋਇਆ tell ਤੁਹਾਡੀ verb ਹੈ ਫਸਟ ਫਾਰਮ ਹੈ then ਤੁਸੀਂ ਉਹ ਸਟੋਰੀ ਆਬਜੈਕਟ ਲਿਖਿਆ ਹੁਣ ਇੱਥੇ ਇਸ ਦਾ ਮਾਨ ਨਾਲ ਸੈਂਟੈਂਸ ਸਟਾਰਟ ਹੋਏਗਾ ਉਸ ਤੋਂ ਪਹਿਲਾਂ ਆਪਾਂ ਦੇਖ ਲਿਆ ਵੀ ਆਬਜੈਕਟ ਕੀ ਹੈ ਸਿੰਗੂਲਰ ਹੈ ਪਲੂਰਲ ਹੈ ਜਾਂ ਫਿਰ ਆਈ ਬੰਦ ਹੈ ਤੁਹਾਨੂੰ ਉਸ ਤੋਂ ਬਾਅਦ ਕੀ ਤੁਹਾਡੀ ਹੈਲਪਿੰਗ verb ਆਏਗੀ ਇਸ ਦਾ ਮਾਨ ਦਾ ਯੂਜ਼ ਤੁਸੀਂ ਕਰੋਗੇ ਸੋ ਇੱਥੇ ਉਹ ਸਟੋਰੀ ਸਿੰਗੂਲਰ ਹੈ verb ਸਿੰਗੂਲਰ ਹੋਗੀ then verb ਦੀ ਥਰਡ ਫਾਰਮ ਤੁਸੀਂ ਯੂਜ਼ ਕੀਤੀ ਹੈ by ਹਰ ਨਾਲ ਯੂਜ਼ ਕੀਤਾ ਸੈਂਟੈਂਸ ਦੀ ਸਟਰਕਚਰ ਸੇਮ ਹੀ ਰਹਿੰਦੀ ਹੈ ਬਸ ਤੁਸੀਂ ਜਿਹੜਾ ਆਪਣੀ verb ਨੂੰ ਧਿਆਨ ਨਾਲ ਯੂਜ਼ ਕਰਨਾ ਹੈ क्वेश्चन सेंटेंस है ਜਿਹੜਾ ਇਸ ਤਰੀਕੇ ਨਾਲ ਬਣਾਉਣਾ ਜਾਏਗਾ ਹਾਂਜੀ ਤਾਂ ਹੁਣ ਆਪਾਂ ਇਸ ਨਾਲ ਰਿਲੇਟਡ ਦੇਖਾਂਗੇ ਕੁਐਸਚਨ ਪ੍ਰੈਕਟਿਸ ਕੁਐਸਚਨ ਨੇ ਤੁਹਾਡੇ ਲਈ ਤਿੰਨ ਕੁਐਸਚਨ ਜੋ ਕਿ ਤੁਸੀਂ ਸੋਲਵ ਕਰੋਗੇ ਦੇਖੋ फर्स्ट है did you read the letter second is she singing a song third is will you help me ਹਾਂਜੀ ਤਾਂ ਤੁਸੀਂ ਸੋਲਵ ਕਰ ਰਹੇ ਆ ਤਿੰਨ ਕੁਐਸਚਨ ਨੇ ਤੁਹਾਡੇ ਕੋਲ ਦੇਨ ਇਹਨਾਂ ਦੇ ਆਨਸਰ ਆਪਾਂ ਤੁਹਾਨੂੰ ਦੱਸ ਰਹੇ ਹਾਂ ਟਰਾਈ ਕਰੋ ਇੱਕ ਵਾਰ ਸੋਲਵ ਕਰਨ ਦੀ करिए जी सॉल्व देखो फर्स्ट क्वेश्चन ਕੀ ਹੈ ਡਿਡ ਨਾਲ ਸਟਾਰਟ ਹੋ ਰਿਹਾ ਤਾਂ ਹੁਣ ਜੇ ਕੋਈ ਸੈਂਟੈਂਸ ਡਿਡ ਨਾਲ ਸਟਾਰਟ ਹੋ ਰਿਹਾ ਤਾਂ ਤੁਸੀਂ ਉਹਦੇ ਨਾਲ ਰਿਪਲੇਸ ਕੀ ਕਰਨਾ ਹੁੰਦਾ ਹੈਲਪਿੰਗ ਵਰਬ ਬਾਅਦ ਵਰ ਦਾ ਯੂਜ਼ ਹੋਊਗਾ ਹੁਣ ਬਾਅਦ ਦਾ ਯੂਜ਼ ਹੋਊਗਾ ਕਿ ਵਰ ਦਾ ਯੂਜ਼ ਹੋਊਗਾ ਉਹ ਆਪਾਂ ਕਿੱਥੋਂ ਚੈੱਕ ਕਰਾਂਗੇ ਆਪਣੇ ਆਬਜੈਕਟ ਤੋਂ ਆਬਜੈਕਟ ਦੇਖੋ ਦਾ ਲੈਟਰ ਤੁਹਾਡੇ ਕੋਲ ਸਬਜੈਕਟ ਬਣ ਜਾਏਗਾ ਯੂ ਤੁਹਾਡਾ ਸਬਜੈਕਟ ਹੈ ਰੀਡ ਵਰਬ ਦੀ ਫਰਸਟ ਫਾਰਮ ਯੂਜ਼ ਕੀਤੀ ਹੈ ਦੈਨ ਤੁਸੀਂ ਲੈਟਰ ਯੂਜ਼ ਕੀਤਾ ਇਹ ਹੋ ਗਿਆ ਤੁਹਾਡੇ ਕੋਲ ਆਬਜੈਕਟ ਸਬਜੈਕਟ ਹੋ ਗਿਆ ਤੁਹਾਡਾ ਯੂ ਹੁਣ ਦੇਖੋ ਆਪਾਂ ਯੂਜ਼ ਕੀਤਾ ਸਭ ਤੋਂ ਪਹਿਲਾਂ ਦਾ ਲੈਟਰ ਮੈਂ ਬਣਾ ਲਿਆ ਪਹਿਲਾਂ ਦਾ ਲੈਟਰ ਤੋਂ ਮੈਂ ਸਟਾਰਟ ਕਰਦਾ ਸੈਂਟੈਂਸ ਬਸ ਇਹਦੇ ਅਕੋਰਡਿੰਗ ਤੁਹਾਡੀ verb ਆਏਗੀ ਜੇ ਸਿੰਗੂਲਰ ਹੈ ਜਾਂ ਪਲੂਰਲ ਹੈ ਸਿੰਗੂਲਰ ਹੈ ਸੋ ਇਹਦੇ ਨਾਲ ਕੀ ਆ ਜਾਏਗਾ ਬਾਅਦ ਆ ਜਾਏਗਾ ਬਾਅਦ ਕਿਉਂ ਆਇਆ ਬਿਕਾਜ਼ ਸੈਂਟੈਂਸ ਡਿਡ ਨਾਲ ਸਟਾਰਟ ਹੋਇਆ ਇਸਦਾ ਮਾਰਕਿੰਗ ਨਹੀਂ ਹੋਏਗਾ ਇੱਥੇ ਡਿਡ ਦਿੱਤਾ ਹੈ ਤਾਂ ਬਾਅਦ ਵਰਬ ਹੋਏਗਾ ਸੋ ਬਾਅਦ ਦਾ ਲੈਟਰ ਤੁਹਾਡੇ ਕੋਲੇ ਬਣ ਗਿਆ ਅੱਗੇ ਤੁਸੀਂ ਯੂਜ਼ ਕਰੋਗੇ ਬਾਅਦ ਦਾ ਲੈਟਰ ਅੱਗੇ ਤੁਹਾਡੀ verb ਦੀ ਥਰਡ ਫਾਰਮ ਰੀਡ ਦਾ ਕੀ ਬਣ ਜਾਏਗਾ ਰੀਡ ਰੈਡ ਤੇ ਲਾਸਟ ਤੁਹਾਡੇ ਕੋਲੇ ਆ ਜਾਏਗਾ ਜੀ ਸਬਜੈਕਟ ਬਾਏ ਤੋਂ ਬਾਅਦ ਬਾਏ ਯੂ ਤਾਂ ਇਹ ਸੀ ਜੀ ਤੁਹਾਡਾ ਫਰਸਟ ਕੁਐਸਚਨ ਜਿਹੜਾ ਤੁਸੀਂ ਚੇਂਜ ਕੀਤਾ all the gender that ਸੈਕੰਡ ਕੁਐਸਚਨ ਦੇਖੋ is she singing a song is she singing a song ਇਹ ਹੈਲਪਿੰਗ ਵਰਬ ਨਾਲ ਸਟਾਰਟ ਹੋ ਰਿਹਾ is ਨਾਲ ਹੁਣ ਇੱਥੇ ਵੀ ਅਗੇ ਸਿੰਪਲ ਤੁਹਾਡੇ ਕੋਲ ਮੈਨੂੰ do does did ਨਾਲ ਦਾ ਇਹ ਸੈਂਟੈਂਸ ਨਹੀਂ ਸਟਾਰਟ ਹੋ ਰਿਹਾ ਤੁਸੀਂ ਇਸ ਨਾਲ ਕੀਤਾ ਤੁਸੀਂ ਇਸ ਨਾਲ ਨਾਲ ਵੀ ਇਹ ਜਿਹੜਾ ਸੈਂਟੈਂਸ ਬਣਾਓਗੇ ਚੈੱਕ ਕਰ ਲਓਗੇ ਤਾਂ ਤੁਸੀਂ she is singing a song ਬਣਾ ਕੇ ਸਿੰਪਲ ਸੈਂਟੈਂਸ ਬਣ ਕੇ ਉਹਨੂੰ ਕਿਵੇਂ ਚੇਂਜ ਕੀਤਾ ਜਾਂਦਾ ਬੇਸ ਵਰਬ ਦੀ ਥਰਡ ਫਾਰਮ ਯੂਜ਼ ਕੀਤੀ ਜਾਂਦੀ ਸੇਮ ਹੀ ਤੁਹਾਡਾ ਇੱਥੇ ਹੋਊਗਾ ਕੁਐਸਚਨ ਵਾਲਿਆਂ ਵਿੱਚ ਹੋਰ ਕੋਈ ਹੈ ਨਹੀਂ ਤੁਹਾਡੇ ਕੋਲ ਕਹਿ ਲਓ ਅਲੱਗ ਤੋਂ ਕੋਈ ਰੂਲ ਨਹੀਂ ਹੈ ਤੁਹਾਨੂੰ ਜੇ ਪਹਿਲੇ 8 ਟੈਂਸ ਜਿਹੜੇ ਤੁਹਾਨੂੰ ਕਰਵਾਏ ਉਹਨਾਂ ਦੀ ਵੌਇਸ ਚੇਂਜ ਕਰਨੀ ਆ ਗਈ ਤਾਂ ਤੁਸੀਂ ਕੁਐਸਚਨ ਵਾਲੇ ਆਸਾਨੀ ਨਾਲ ਕਰ ਸਕਦੇ ਹੋ ਇਸੇ ਕਰਕੇ ਤੁਹਾਨੂੰ ਇਹ ਲਾਸਟ ਦੇ ਉੱਤੇ ਕਰਵਾਏ ਜਾ ਰਹੇ ਨੇ ਬਿਕੋਜ਼ ਤੁਹਾਡਾ ਟੌਪਿਕ ਆਪਾਂ ਕਵਰ ਕਰ ਚੁੱਕੇ ਹਾਂ ਦੇਖੋ ਹੁਣ ਇੱਥੇ ਦੇਖੋ ਸ਼ੀ ਸਬਜੈਕਟ ਹੈ ਸਿੰਗਿੰਗ ਤੁਹਾਡੀ ਹੋਊਗੀ ਫਸਟ ਫਾਰਮ ਆ ਗਈ ਐਨਜੀ ਆ ਗਿਆ ਫਾਰਮ ਆ ਗਈ ਬੋਲ ਦੀ ਫੋਰਥ ਫਾਰਮ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਸੌਂਗ ਤੁਹਾਡੇ ਕੋਲ ਗਿਆ ਆਬਜੈਕਟ ਆ ਗਿਆ ਸਭ ਤੋਂ ਪਹਿਲਾਂ ਆਬਜੈਕਟ ਨੂੰ ਬਣਾਇਆ ਆਪਾਂ ਸਬਜੈਕਟ ਜੋ ਸੌਂਗ ਦੈਨ ਤੁਸੀਂ ਦੇਖੋ ਹੁਣ ਅ ਸੌਂਗ ਸਿੰਗੂਲਰ ਹੈ ਜਾਂ ਪਲੂਰਲ ਹੈ ਸਿੰਗੂਲਰ ਹੈ ਸੋ ਇਹਦੇ ਨਾਲ ਆ ਜਾਏਗਾ ਇਜ਼ ਅ ਸੌਂਗ ਇਜ਼ ਅ ਸੌਂਗ ਅੱਗੇ ਤੁਸੀਂ ਦੇਖੋ verb ਦੀ ਫਸਟ ਫਾਰਮ ਆਈਐਨਜੀ ਤਾਂ ਆਪਾਂ ਇਹਦੇ ਵਿੱਚ ਕੀ ਕਰਦੇ ਨੇ ਬੀਇੰਗ verb ਯੂਜ਼ ਕਰ ਲੈਂਦੇ ਹਾਂ ਬੀਇੰਗ ਹੈ ਜਿਹੜੀ ਤੁਹਾਡੇ ਕੋਲ ਯੂਜ਼ ਕੀਤੀ ਹੈ ਬੀ ਫਾਰਮ ਬੀਇੰਗ ਹੁੰਦੀ ਹੈ ਬਿਕਾਜ਼ ਕੰਟੀਨਿਊਸ ਟੈਂਸ ਆ ਗਿਆ ਇਜ਼ ਅ ਸੌਂਗ ਬੀਇੰਗ ਅੱਗੇ ਤੁਹਾਡੇ ਕੋਲ verb ਦੀ ਥਰਡ ਫਾਰਮ ਸਿੰਗ ਸੈਂਗ ਸੰਗ ਸਿੰਗ ਸੈਂਗ ਸੰਗ ਸਿੰਗ ਤੁਹਾਡੀ ਫਸਟ ਫਾਰਮ ਹੁੰਦੀ ਹੈ ਸੈਂਗ ਤੁਹਾਡੀ ਸੈਕਿੰਡ ਫਾਰਮ ਹੁੰਦੀ ਹੈ ਤੇ ਥਰਡ ਫਾਰਮ ਹੁੰਦੀ ਹੈ ਜੀ ਸੰਗ ਸਿੰਗ ਸੈਂਗ ਸੰਗ ਤਾਂ ਇੱਥੇ ਸੰਗ ਆ ਗਈ ਇਜ਼ ਅ ਸੌਂਗ ਬੀਇੰਗ ਸੰਗ ਬਾਏ is ਦਾ ਆਫਟਰ ਸੌਰੀ she ਦਾ ਕੀ ਬਣ ਜਾਏਗਾ ਹਰ ਇਹ ਹੈ ਜੀ ਤੁਹਾਡਾ ਸੈਕੰਡ ਸੈਂਟੈਂਸ ਜੋ ਤੁਸੀਂ ਚੇਂਜ ਕੀਤਾ is a song being sung by ਹਰ ਨੇ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਕੁਐਸਚਨ ਪੁੱਛਿਆ ਜਾ ਰਿਹਾ ਸੋ being ਕੀ ਹੋਗੀ ਥਰਡ ਫਾਰਮ ਜਿਹੜੀ ਇੱਥੇ ਯੂਜ਼ ਹੋਣੀ ਸੀ ਥਰਡ ਕੁਐਸਚਨ ਦੇਖੋ will you help me will you help me ਤਾਂ ਹੁਣ me ਇੱਥੇ ਤੁਹਾਡੇ ਕੋਲੇ ਕੀ ਹੈ ਆਬਜੈਕਟ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਆਬਜੈਕਟ ਬਣਾਵਾਂਗੇ ਸਬਜੈਕਟ ਇਹ ਹੋ ਗਿਆ ਸਬਜੈਕਟ ਦੈਨ verb ਦੀ ਫਰਸਟ ਫਾਰਮ ਯੂਜ਼ ਕੀਤੀ ਹੋਈ ਹੈ
ਵਿਲ ਤੁਹਾਡੇ ਕੋਲੇ ਸਬਜੈਕਟ ਹੈ, verb ਦੀ ਫਰਸਟ ਫਾਰਮ ਦੈਨ ਆਬਜੈਕਟ। ਆਪਾਂ ਪਹਿਲਾਂ ਆਬਜੈਕਟ ਨੂੰ ਬਣਾਇਆ ਸਬਜੈਕਟ ਆਈ, ਆਪਣੇ ਕੋਲ ਅੱਗੇ ਆਈ ਦੇ ਨਾਲ ਕੀ ਯੂਜ਼ ਕੀਤਾ ਜਾਂਦਾ ਬਿਲ ਜਾਂ ਸ਼ੈਲ, ਤਾਂ ਆਪਾਂ ਬੇਸਿਕਲੀ ਯੂਜ਼ ਕਰਦੇ ਹਾਂ ਜੀ ਸ਼ੈਲ ਦਾ, ਪਰ ਮਾਡਰਨ ਇੰਗਲਿਸ਼ ਦੇ ਵਿੱਚ ਬਿਲ ਦਾ ਯੂਜ਼ ਕੀਤਾ ਜਾ ਰਿਹਾ। ਸੋ ਜੇ ਤੁਹਾਡੇ ਕੋਲੇ ਕੁਐਸਚਨ ਦੇ ਵਿੱਚ ਆਪਸ਼ਨ ਬਿਲ ਦੇ ਨਾਲ ਹੈ ਤਾਂ ਤੁਸੀਂ ਬਿਲ ਵਾਲੀ ਟਿਕ ਕਰੋਗੇ, ਜੇ ਸ਼ੈਲ ਨਹੀਂ ਦਿੱਤਾ ਹੋਇਆ, ਬਟ ਜੇ ਸ਼ੈਲ ਵਾਲੀ ਆਪਸ਼ਨ ਦਿੱਤੀ ਹੈ ਤਾਂ ਤੁਸੀਂ ਪ੍ਰੈਫਰੈਂਸ ਸ਼ੈਲ ਨਾਲ ਹੀ ਹੈ ਜਿਹੜੀ ਦੇਣੀ ਹੈ, ਤਾਂ ਸ਼ੈਲ ਵਾਲੀ ਆਪਸ਼ਨ ਨੂੰ ਟਿਕ ਕਰੋਗੇ। ਜੇ ਸ਼ੈਲ ਨਹੀਂ ਦਿੱਤਾ ਹੋਇਆ, ਸਾਰਿਆਂ 'ਚ ਬਿਲ ਦਿੱਤਾ, ਤਾਂ ਤੁਸੀਂ ਬਿਲ ਵਾਲੀ ਆਪਸ਼ਨ ਜਿਹੜੀ ਉਹ ਟਿਕ ਕਰ ਸਕਦੇ ਹੋ। ਤਾਂ ਹਾਂਜੀ ਦੇਖੋ ਸ਼ੈਲ ਆਏ, ਅੱਗੇ ਤੁਹਾਡੇ ਕੋਲੇ ਕੀ ਆ ਜਾਏਗਾ, ਹੈਲਪ ਹੈ ਜਿਹੜੀ ਤੁਹਾਡੇ ਕੋਲੇ verb ਦੀ ਥਰਡ ਫਾਰਮ ਹੋਵੇਗੀ ਸ਼ੈਲ ਆਏ, ਸੌਰੀ ਇਸ ਤੋਂ ਪਹਿਲਾਂ ਤੁਸੀਂ ਬੀ ਯੂਜ਼ ਕਰੋਗੇ ਬਿਕਾਜ਼ ਇਹ ਟੈਂਸ ਕਿਹੜਾ ਤੁਹਾਡੇ ਕੋਲੇ ਫਿਊਚਰ ਇੰਡੈਫੀਨਿਟ ਹੈ। ਫਿਊਚਰ ਇੰਡੈਫੀਨਿਟ ਦੇ ਵਿੱਚ ਬਿਲ ਸ਼ੈਲ ਦੇ ਨਾਲ ਬੀ ਦਾ ਵੀ ਯੂਜ਼ ਹੁੰਦਾ ਹੈ। ਸੋ ਸ਼ੈਲ ਆਈ ਬੀ ਹੈਲਪਡ ਬਾਈ ਯੂ, ਤਾਂ ਐਵੇਂ ਜਿਹੜਾ ਤੁਸੀਂ ਆਪਣਾ ਲਾਸਟ ਸੈਂਟੈਂਸ ਥਰਡ ਸੈਂਟੈਂਸ ਨੂੰ ਚੇਂਜ ਕਰਨਾ ਸੀ, ਟੈਂਸ ਪਤਾ ਹੈ ਤਾਂ ਤੁਸੀਂ ਇਹ ਜਿਹੜਾ ਇਹਨਾਂ ਨੂੰ ਈਜ਼ੀਲੀ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਤਿੰਨੋਂ ਕੁਐਸਚਨ। ਹਾਂਜੀ, ਤਾਂ ਇਸ ਤੋਂ ਇਲਾਵਾ ਤੁਹਾਡੇ ਕੋਲੇ ਜੇ ਹੈਲਪਿੰਗ ਵਰਬ ਨਾਲ ਸੈਂਟੈਂਸ ਸਟਾਰਟ ਨਹੀਂ ਹੋ ਰਿਹਾ, ਪ੍ਰੋਬੇਬਲੀ ਵਿੱਚ ਫੈਮਿਲੀ ਨਾਲ ਸਟਾਰਟ, ਤੇ ਤੁਸੀਂ ਕੀ ਕਰੋਗੇ। ਦੇਖੋ ਆ ਚਾਰ ਤਿੰਨ ਕੁਐਸਚਨ ਤੁਹਾਨੂੰ ਦਿੱਤੇ ਗਏ 4 5 ਐਂਡ 6 ਨੰਬਰ ਕੁਐਸਚਨ, ਕਰੋ ਇਹਨਾਂ ਨੂੰ ਸੋਲਵ ਕਰਨਾ, ਆਪਾਂ ਦੇਖਦੇ ਹਾਂ ਵਾਟ ਇਜ਼ ਹੀਟ ਹੋਈ, ਤਾਂ ਇਹਨੂੰ ਆਪਾਂ ਕਰਵਾ ਦਿੰਦੇ ਹਾਂ ਤੁਹਾਨੂੰ, ਦੈਨ ਜਿਹੜੇ ਅਗਲੇ ਕੁਐਸਚਨ ਆਪਾਂ ਸੋਲਵ ਕਰਾਂਗੇ ਵਨ ਬਾਏ ਵਨ। ਹੁਣ ਇਹ ਤਿੰਨੋਂ ਕੁਐਸਚਨ ਮੈਂ ਕਰਵਾ ਰਹੀ ਹਾਂ ਤੁਹਾਨੂੰ, ਇਹਨਾਂ ਨੂੰ ਤੁਸੀਂ ਧਿਆਨ ਨਾਲ ਦੇਖਣਾ। ਵਾਟ ਇਜ਼ ਹੀ ਡੂਇੰਗ, ਤਾਂ ਤੁਹਾਨੂੰ ਦੱਸਿਆ ਕਿ ਬਟ ਨਾਲ ਸੈਂਟੈਂਸ ਸਟਾਰਟ ਹੋਇਆ, ਪੈਨ ਨਾਲ, ਬਾਈ ਨਾਲ, ਇਹਨਾਂ ਨਾਲ ਸਟਾਰਟ ਹੋ ਰਿਹਾ, ਤਾਂ ਤੁਹਾਡੇ ਕੋਲ ਇਹ ਚੇਂਜ ਨਹੀਂ ਹੁੰਦੀ, ਬਟ ਹੀ ਰੱਖ ਦਿੱਤਾ ਕਿਉਂਕਿ ਬਣ ਜਾਏਗਾ ਬਟ। ਅਗਰ ਤੁਸੀਂ ਦੇਖੋ ਜੀ ਇਜ਼ ਹੀ ਡੂਇੰਗ ਲਿਖਿਆ ਹੋਇਆ, ਬਟ ਇਜ਼ ਹੀ ਡੂਇੰਗ, ਬਟ ਅੱਗੇ ਤੁਸੀਂ ਯੂਜ਼ ਕਰੋਗੇ ਇਜ਼ ਬੀਇੰਗ ਡਨ ਬਾय ਹੀ ਦਾ ਕੀ ਬਣ ਜਾਊਗਾ ਹਿਮ। ਹੁਣ ਕਿਵੇਂ ਚੇਂਜ ਕੀਤਾ ਮੈਂ, ਬਟ ਇਜ਼ ਬੀਇੰਗ ਡਨ ਬਾय ਹਿਮ, ਹੁਣ ਹੀ ਦੇ ਅਕੋਰਡਿੰਗ ਹੀ ਤੁਹਾਡੇ verb ਆਈ ਇਜ਼, ਬਟ ਇਜ਼ ਬੀਇੰਗ ਕਿਉਂ ਯੂਜ਼ ਕੀਤਾ ਬਿਕਾਜ਼ ਇੱਥੇ verb ਕਿਸ ਤੁਹਾਡੇ ਕੋਲ ਡੂਇੰਗ ਸੀ, verb ਦੀ ਫਰਸਟ ਫਾਰਮ ਆਈ ਐਨ ਜੀ ਹੈ, ਹੀ ਇਜ਼ ਡੂਇੰਗ, ਇਹਨੂੰ ਸੈਂਟੈਂਸ ਬਣਾ ਲਓ ਹੀ ਇਜ਼ ਡੂਇੰਗ। ਬਟ ਜਿਹੜਾ ਆਪਣੇ ਕੋਲੇ ਪਹਿਲੇ ਪ੍ਰੋਜੈਕਟ ਹੈ, ਹੁਣ ਉਹ ਬਟ ਅੱਗੇ ਆ ਗਿਆ, ਬਟ ਅੱਗੇ ਤੁਸੀਂ ਯੂਜ਼ ਕੀਤਾ, ਬਟ ਦੇ ਨਾਲ ਕੀ ਲੱਗ ਗਿਆ ਆਪਣੇ ਕੋਲੇ ਇਜ਼, ਅੱਗੇ ਤੁਹਾਡੇ ਕੋਲੇ ਬੀਇੰਗ ਯੂਜ਼ ਹੋਏਗਾ ਬਿਕਾਜ਼ ਇਹ ਕੰਟੀਨਿਊਸ ਦੇ ਵਿੱਚ ਹੈ, ਹੀ ਇਜ਼ ਡੂਇੰਗ ਬਟ। ਹੁਣ ਬਟ ਆਪਾਂ ਕੀ ਬਣਾ ਲਿਆ, ਆਬਜੈਕਟ ਨੂੰ ਸਬਜੈਕਟ ਬਣਾਇਆ, ਬਟ ਅੱਗੇ ਤੁਹਾਡੇ ਕੋਲ ਇਜ਼ ਆਇਆ, verb ਦੀ ਫਰਸਟ ਫਾਰਮ ਆਈ ਹੈ ਜੀ, ਤਾਂ ਕੀ ਬਣ ਜਾਊਗਾ ਤੁਹਾਡੇ ਕੋਲੇ ਬੀਇੰਗ, verb ਦੀ ਥਰਡ ਫਾਰਮ ਸੋ ਬੀਇੰਗ ਡਨ ਆ ਗਿਆ ਤੁਹਾਡੇ ਕੋਲੇ। ਨੈਕਸਟ ਤੁਸੀਂ ਬਾਈ ਦਾ ਯੂਜ਼ ਕਰੋਗੇ ਤੇ ਹੀ ਦਾ ਕੀ ਬਣ ਜਾਊਗਾ ਹਿਮ। ਤਾਂ ਐਵੇਂ ਜਿਹੜਾ ਤੁਸੀਂ ਇਹਨਾਂ ਨੂੰ ਬਣਾਉਣਾ ਹੁੰਦਾ, ਆਈ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। सेंटेंस ਨੂੰ ਈਜ਼ੀ ਕਰਕੇ ਬਣਾ ਲਿਆ ਕਰੋ, ਸਿੰਪਲ ਸੈਂਟੈਂਸ ਤੇ ਲਿਖ ਲਿਆ ਕਰੋ, ਇਸ ਤੋਂ ਬਾਅਦ ਇਹਨਾਂ ਨੂੰ ਟ੍ਰਾਂਸਲੇਟ ਕਰ ਲਿਆ ਕਰੋ, ਇਹ ਚੀਜ਼ ਤੁਹਾਡੀ ਹੋ ਸਕਦੀ ਹੈ। ਬਾਕੀ ਤੁਸੀਂ ਆਪਸ਼ਨ ਨਾਲ ਹੈ ਜਿਹੜਾ ਇਹ ਕੁਐਸਚਨ ਬਿਲਕੁਲ ਸੋਲਵ ਕਰਨਾ ਹੈ, ਆਪਸ਼ਨ ਨਾਲ ਇਹਦਾ ਆਨਸਰ ਆਉਣ ਦੇ ਚਾਂਸਸ ਪੂਰੇ ਕਹਿ ਲਓ 100% ਸ਼ੋਰ ਹੁੰਦੇ ਕਿ ਆਨਸਰ ਸਹੀ ਹੋਊਗਾ, ਵਿਦਆਊਟ ਆਪਸ਼ਨ ਜਿਹੜਾ ਇਹਨਾਂ ਕੁਐਸਚਨ ਦੇ ਵਿੱਚ ਗਲਤੀ ਹੈ ਜਿਹੜੀ ਕਈ ਵਾਰ ਹੋ ਜਾਂਦੀ ਹੈ। ਹਾਂਜੀ, ਤਾਂ ਜਿਹੜਾ 5 ਨੰਬਰ ਕੁਐਸਚਨ ਹੈ ਹੂ ਟੀਚਰਸ ਯੂ ਇੰਗਲਿਸ਼, ਤਾਂ ਇਹਨੂੰ ਦੋ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਫਰਸਟ ਮੈਂ ਤੁਹਾਨੂੰ ਦੱਸਿਆ ਕਿ ਹੂ ਨੂੰ ਆਪਾਂ ਕਿਹਦੇ ਵਿੱਚ ਚੇਂਜ ਕਰਦੇ ਹਾਂ ਪੈਸਿਵ ਫਾਰਮ ਦੇ ਲਈ, ਬਾਈ ਹੂ ਦੇ ਵਿੱਚ, ਬਾਈ ਹੂ ਦੇ ਵਿੱਚ। ਸੈਕੰਡ ਤੁਹਾਡੇ ਕੋਲ ਆ ਜਾਂਦਾ ਜੀ, ਦੇਖੋ ਇਸ ਕੁਐਸਚਨ ਦੇ ਵਿੱਚ ਦੋ ਆਬਜੈਕਟ ਨੇ, ਹੂ अपना सब्जेक्ट है, टीचर्स ਤੁਹਾਡੇ ਕੋਲੇ verb ਦੀ ਫਰਸਟ ਫਾਰਮ ਹੋ ਗਈ, ਯੂ ਐਂਡ ਇੰਗਲਿਸ਼, ਇਹ ਦੋ ਆਬਜੈਕਟ ਹੋ ਗਏ, ਇੱਕ ਆਬਜੈਕਟ ਤੁਹਾਡਾ ਇੰਗਲਿਸ਼ ਹੋ ਗਿਆ, ਸੌਰੀ ਯੂ ਹੋ ਗਿਆ, ਤੇ ਸੈਕੰਡ ਆਬਜੈਕਟ ਤੁਹਾਡੇ ਕੋਲੇ ਇੰਗਲਿਸ਼ ਹੋ ਗਿਆ। ਹੁਣ ਦੋਨਾਂ ਆਬਜੈਕਟਸ ਨੂੰ ਆਪਾਂ ਸਬਜੈਕਟ ਬਣਾ ਕੇ ਜਿਹੜਾ ਟੈਂਸ ਬਣਾਵਾਂਗੇ, ਸੈਂਟੈਂਸ ਨੂੰ ਚੇਂਜ ਕਰਾਂਗੇ ਵਨ ਬਾਈ ਵਨ। ਦੇਖੋ ਜਦੋਂ ਆਪਣੇ ਕੋਲੇ ਫਰਸਟ ਆਬਜੈਕਟ ਨੂੰ ਆਪਾਂ ਯੂਜ਼ ਕਰ ਰਹੇ ਹਾਂ ਸਬਜੈਕਟ ਦੀ ਫਾਰਮ ਤੇ, ਬਾਈ ਹੂੰ पूरा तो अपने को बाय हो जाएगा बिकॉज ਇਹਦਾ ਅੱਗੇ तो रहना ही है, क्योंकि क्वेश्चन वाला सेंटेंस ਤੁਸੀਂ ਜੂਨ ਪਹਿਲਾਂ ਸਟਾਰਟ ਨਹੀਂ ਕਰੋਗੇ, ਬਾय ਹੋ ਤੁਹਾਡੇ ਕੋਲੇ ਸਟਾਰਟ ਹੋਏਗਾ, ਦੈਨ ਤੁਸੀਂ ਯੂਜ਼ ਕਰੋਗੇ ਜੇ ਜੂਨ ਨੂੰ ਆਪਾਂ ਕੀ ਬਣਾ ਰਹੇ ਹਾਂ ਆਪਣਾ ਸਬਜੈਕਟ ਬਣਾ ਰਹੇ ਹਾਂ, ਬਾय ਹੋ ਯੂ। ਤਾਂ ਹੁਣ ਯੂ ਦੇ ਨਾਲ ਆਪਣੇ ਕੋਲੇ ਆਏਗੀ, ਅੱਗੇ ਦੇਖੋ ਯੂ ਟੀਚਰਸ ਇੰਗਲਿਸ਼, verb ਦੀ ਫਰਸਟ ਫਾਰਮ ਐਸ ਨਾਲ ਹੈ, ਅੱਗੇ ਆਬਜੈਕਟ ਯੂਜ਼ ਕੀਤਾ ਹੋਇਆ, ਇਟ ਮੀਨਸ ਤੁਹਾਡੇ ਕੋਲ ਕੀ ਆ ਗਿਆ, ਇਹ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਹੈ। ਸੋ ਇਹਦਾ ਮਾਰ ਦਾ ਯੂਜ਼ ਹੋਊਗਾ ਤੇ ਯੂ ਨਾਲ ਕੀ ਹੁੰਦਾ, ਇਹਦਾ ਮਾਰ ਦੇ ਵਿੱਚ ਆਰ, ਤਾਂ ਉਹ ਆਪਣੇ ਕੋਲੇ ਅੱਗੇ ਆ ਜਾਏਗੀ ਯੂ ਆਰ, ਬਾय ਹੋਮ ਆਰ ਯੂ ਬਣ ਗਿਆ ਅੱਗੇ ਆਪਣੇ ਕੋਲੇ। being verb ਦੀ ਥਰਡ ਫਾਰਮ ਕੀ ਆ ਜਾਏਗੀ, teach taught 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 taught, then ਅੱਗੇ ਆ ਜਾਏਗਾ ਆਪਣੇ ਕੋਲੇ by whom are you taught, ਲਾਸਟ ਆਪਣਾ ਆਬਜੈਕਟ that is English। ਤਾਂ ਇਹ ਸੈਂਟੈਂਸ ਨੂੰ ਤੁਸੀਂ ਐਵੇਂ ਬਣਾਉਣਾ ਸੀ, who by whom ਚ ਚੇਂਜ ਹੋ ਜਾਏਗਾ, you ਨੂੰ ਆਪਾਂ ਕੀ ਬਣਾਇਆ ਇੱਥੇ ਸਬਜੈਕਟ ਬਣਾਇਆ, ਸੋ you ਦੇ ਅਕੋਰਡਿੰਗ ਤੁਹਾਡੀ verb ਆ ਗਈ are, then verb ਦੀ ਥਰਡ ਫਾਰਮ taught ਆ ਗਈ, verb ਦੀ ਥਰਡ ਫਾਰਮ ਹੈ taught, then ਅੱਗੇ ਆ ਜਾਏਗਾ ਆਪਣੇ ਕੋਲੇ English। ਹੁਣ ਇੱਥੇ ਤੁਹਾਡੇ ਕੋਲੇ ਜਿਹੜਾ by word ਐਡ ਹੁੰਦਾ ਉਹ ਅੱਗੇ ਆ ਜਾਂਦਾ ਹੈ, by whom ਆਪਣਾ ਬਣ ਜਾਂਦਾ। ਸੈਕੰਡ ਤੁਹਾਨੂੰ ਦੱਸਿਆ ਕਿ ਇਹ ਇੰਗਲਿਸ਼ ਨਾਲ ਵੀ ਆਪਣਾ ਚੇਂਜ ਕੀਤਾ ਜਾ ਸਕਦਾ, ਇੰਗਲਿਸ਼ ਨੂੰ ਸਬਜੈਕਟ ਬਣਾ ਕੇ ਉਹ ਕਿਵੇਂ ਬਣੇਗਾ, ਤਾਂ ਆਪਾਂ ਬਣਾਵਾਂਗੇ ਜੀ ਬਾय ਹੂੰ, ਤਾਂ ਸਬਜੈਕਟ ਆਪਣਾ ਇੰਗਲਿਸ਼ ਬਣ ਗਿਆ। ਹੁਣ ਇੰਗਲਿਸ਼ ਕੀ ਆਪਣਾ ਇੱਕ ਸਬਜੈਕਟ ਹੈ, ਤੇ ਸਬਜੈਕਟ ਨਾਲ ਕੀ ਲੱਗਦੀ ਹੁੰਦੀ ਹੈ ਹਮੇਸ਼ਾ ਸਿੰਗੂਲਰ ਵਰਬ ਯੂਜ਼ ਕੀਤੀ ਜਾਂਦੀ ਹੈ, ਇਜ਼ ਆ ਜਾਏਗਾ, ਬਾय ਹੂਮ ਇਨ ਇੰਗਲਿਸ਼, ਅੱਗੇ ਤੁਹਾਡੇ ਕੋਲ ਵਰਬ ਦੀ ਥਰਡ ਫਾਰਮ ਟੌਟ ਟੂ ਯੂ, ਟੂ ਯੂਜ਼ ਕੀਤਾ ਹੈ ਬਿਕਾਜ਼ ਇਹ ਕੀ ਆ ਗਿਆ ਆਪਣੇ ਕੋਲ ਇੱਥੇ ਇੱਕ ਆਪਣਾ ਇਨਡਾਇਰੈਕਟ ਆਬਜੈਕਟ ਆ ਗਿਆ। ਇਨਡਾਇਰੈਕਟ ਆਬਜੈਕਟ ਨੂੰ ਜਦੋਂ ਆਪਾਂ ਯੂਜ਼ ਕਰਦੇ ਹਾਂ ਤਾਂ ਤੁਹਾਡੇ ਕੋਲੇ
ਕੀਤੀ ਜਾਂਦੀ ਜਿਹੜੀ ਪ੍ਰੈਪੋਜੀਸ਼ਨ ਹੁੰਦੀ ਹੈ ਐਜ਼ ਪਰ ਜਿਵੇਂ ਤੁਹਾਨੂੰ ਪ੍ਰੈਪੋਜੀਸ਼ਨ ਦੇ ਵਿੱਚ ਕਰਵਾਇਆ ਹੋਇਆ ਆਪਾਂ ਨਾउन ਦੇ ਵਿੱਚ ਆਪਾਂ ਕਰਵਾਇਆ ਕਿ ਸਬਜੈਕਟ ਨਾਲ ਤੁਹਾਡੇ ਕੋਲੇ ਹਮੇਸ਼ਾ ਹੀ ਸਿੰਗੂਲਰ ਵਰਬ ਯੂਜ਼ ਹੋਏਗੀ। ਸੈਕੰਡ ਤੁਹਾਨੂੰ ਦੱਸਿਆ ਗਿਆ ਕਿ ਜੇ ਇਨਡਾਇਰੈਕਟ ਸਬਜੈਕਟ ਆਪਾਂ ਯੂਜ਼ ਕਰ ਰਹੇ ਹਾਂ ਤਾਂ ਉੱਥੇ ਤੁਹਾਡੇ ਕੋਲੇ ਜਿਹੜਾ ਆਪਣੇ ਕੋਲੇ ਟੂ ਵਰਡ ਯੂਜ਼ ਕੀਤਾ ਜਾਂਦਾ ਜਾਂ ਕੋਈ ਹੋਰ ਪ੍ਰੈਪੋਜੀਸ਼ਨ ਦਾ ਯੂਜ਼ ਕੀਤਾ ਜਾਂਦਾ ਜਦੋਂ ਆਪਾਂ ਸੈਂਟੈਂਸ ਦੇ ਵਿੱਚ ਇਹਨਾਂ ਨੂੰ ਐਡ ਕਰਦੇ ਹਾਂ। ਸੋ ਦੋ ਟਾਈਪ ਨਾਲ ਜਿਹੜਾ ਹੈਗਾ ਤੁਹਾਡਾ 5 ਨੰਬਰ ਕੁਐਸਚਨ ਹੈ ਜਿਹੜਾ ਆਪਾਂ ਚੇਂਜ ਕਰ ਸਕਦੇ ਹਾਂ। 5 ਨੰਬਰ ਕੁਐਸਚਨ ਦੀਆਂ ਦੋ ਟਾਈਪਸ ਨੇ ਜਿਨ੍ਹਾਂ ਨੂੰ ਤੁਸੀਂ ਪੈਸਿਵ ਫਾਰਮ ਚ ਯੂਜ਼ ਕਰ ਸਕਦੇ ਹੋ। ਫਰਸਟ ਹੈਗੀ ਤੁਹਾਡੇ ਕੋਲੇ ਯੂ ਨੂੰ ਤੁਸੀਂ ਸਬਜੈਕਟ ਬਣਾ ਲਿਆ। ਸੈਕੰਡ ਤੁਸੀਂ ਇੰਗਲਿਸ਼ ਨੂੰ ਸਬਜੈਕਟ ਬਣਾਇਆ। ਦੇਖੋ ਜੀ ਬਾय whom are you taught English ਫਸਟ ਸੈਂਟੈਂਸ ਆਪਣਾ ਐਵੇਂ ਬਣ ਗਿਆ ਯੂ ਨਾਲ। ਸੈਕੰਡ ਤੁਹਾਡੇ ਕੋਲੇ ਬਾय whom is English taught to you ਸੈਕੰਡ ਆਪਣਾ ਐਵੇਂ ਬਣ ਜਾਏਗਾ। ਇੰਗਲਿਸ਼ ਨੂੰ ਜੇ ਆਪਾਂ ਸਬਜੈਕਟ ਬਣਾਉਣੇ ਆ। ਆਈ ਹੋਪ ਤੁਹਾਨੂੰ 5 ਨੰਬਰ ਸੈਂਟੈਂਸ ਕਲੀਅਰ ਹੋ ਗਿਆ ਹੋਵੇਗਾ। ਦੇਖੋ ਜੀ 6 ਨੰਬਰ whom do you like whom do you like ਤਾਂ ਹੁਣ ਤੁਹਾਨੂੰ ਦੱਸਿਆ ਕਿ ਜੇ ਸੈਂਟੈਂਸ ਦੇ ਵਿੱਚ ਜਿਹੜਾ ਸੈਂਟੈਂਸ ਹੈ ਤੁਹਾਡਾ whom ਨਾਲ ਸਟਾਰਟ ਹੋ ਰਿਹਾ ਤਾਂ whom ਨੂੰ ਕੀ ਚ ਰਿਪਲੇਸ ਕਰਨਾ ਉਹਦਾ ਆਪਾਂ ਉਹਦੇ ਵਿੱਚ who ਦਾ ਆਪਾਂ whom ਦਾ ਆਪਾਂ who ਬਣਾ ਦਾਂਗੇ ਤਾਂ who ਬਣ ਜਾਊਗਾ who। ਅੱਗੇ ਤੁਸੀਂ ਦੇਖੋ you ਯੂਜ਼ ਕੀਤਾ ਹੈ do you like who do you like ਤਾਂ ਹੁਣ ਆਪਾਂ ਯੂਜ਼ ਕਰਾਂਗੇ who is liquored by ਯੂ। ਹੁਣ ਇੱਥੇ ਦੇਖੋ ਇਸ ਸੈਂਟੈਂਸ ਦੇ ਵਿੱਚ ਇਜ਼ ਹੀ ਕਿਉਂ ਲੱਗਿਆ ਬਿਕਾਜ਼ ਆਪਾਂ who ਦੇ ਅਕੋਰਡਿੰਗ ਲੈ ਰਹੇ ਹਾਂ ਕਿਸੇ ਇੱਕ ਪਰਸਨ ਦੀ ਗੱਲ ਕੀਤੀ ਜਾ ਰਹੀ ਹੈ। ਸੋ who is liquored liquored ਵੀ ਕਿਉਂ ਬਣਿਆ verb ਦੀ ਥਰਡ ਫਾਰਮ ਹੈ by ਤੁਹਾਡਾ ਜਿਹੜਾ ਆਬਜੈਕਟ ਬਣ ਗਿਆ you who is liquored by you। ਹੁਣ is ਹੀ ਕਿਉਂ ਲੱਗਿਆ ਬਿਕਾਜ਼ ਇੱਥੇ do ਲੱਗਿਆ ਹੋਇਆ ਸੀ do ਦਾ ਅਕੋਰਡਿੰਗ ਆਪਣਾ is am are ਦਾ ਯੂਜ਼ ਹੁੰਦਾ ਹੈ। is ਦਾ ਯੂਜ਼ ਹੈ ਬਿਕਾਜ਼ ਆਪਾਂ who ਯੂਜ਼ ਕਰ ਰਹੇ ਹਾਂ ਸਬਜੈਕਟ ਤੁਹਾਡਾ ਸਿੰਗੂਲਰ ਹੈ verb ਸਿੰਗੂਲਰ ਹੋ ਜਾਏਗੀ। ਸੋ who is liquored by you ਐਵੇਂ ਸੀ ਜਿਹੜਾ ਤੁਹਾਡਾ 6 ਨੰਬਰ ਸੈਂਟੈਂਸ ਤੁਸੀਂ ਕਨਵਰਟ ਕਰਨਾ ਸੀ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਹਾਂਜੀ ਅੱਗੇ ਜਿਹੜਾ ਤੁਹਾਡੇ ਕੋਲੇ ਕੁਐਸਚਨ ਆ ਜਾਂਦਾ ਉਹ ਹੈ ਇੰਪੈਰੇਟਿਵ ਸੈਂਟੈਂਸਸ। ਹੁਣ ਇੰਪੈਰੇਟਿਵ ਸੈਂਟੈਂਸਸ ਨੂੰ ਕਿਵੇਂ ਚੇਂਜ ਕੀਤਾ ਜਾਂਦਾ ਆਪਾਂ ਇਹਨਾਂ ਨੂੰ ਦੇਖਾਂਗੇ। ਤਾਂ ਨੈਕਸਟ ਜਿਹੜਾ ਆਪਣੇ ਕੋਲ ਇੱਕ ਕਲਾਸ ਆਪਾਂ ਹੋਰ ਕਰਾਂਗੇ ਜਿਹਦੇ ਵਿੱਚ ਆਪਾਂ ਜਿਹੜੇ ਇੰਪੋਰਟੈਂਟ ਰੂਲ ਦੇਖਾਂਗੇ। ਅੱਜ ਦੀ ਕਲਾਸ ਦਾ ਜਿਹੜਾ ਲਾਸਟ ਇੱਕ ਆਪਣੇ ਕੋਲੇ ਡੇਲੀ ਲਾਈਫ ਹੋਗੀ ਆਪਾਂ ਇੰਪੈਰੇਟਿਵ ਸੈਂਟੈਂਸਸ ਦੇਖਾਂਗੇ। ਇਸ ਤੋਂ ਇਲਾਵਾ ਇੱਕ ਟੌਪਿਕ ਆਪਾਂ ਹੋਰ ਕਰਾਂਗੇ ਇਟਸ ਟਾਈਮ ਨਾਲ ਸੈਂਟੈਂਸਸ ਜਿਹੜੇ ਹੁੰਦੇ। ਤਾਂ ਹੁਣ ਇਹਨਾਂ ਨੂੰ ਦੇਖੋ ਇੰਪੈਰੇਟਿਵ ਸੈਂਟੈਂਸਸ ਨੂੰ ਕਿਵੇਂ ਚੇਂਜ ਕੀਤਾ ਜਾਂਦਾ ਐਕਟਿਵ ਟੂ ਪੈਸਿਵ ਫਾਰਮ ਦੇ ਵਿੱਚ। ਦੇਖੋ ਜੀ ਜੇ ਸੈਂਟੈਂਸ ਹੁਣ ਪਹਿਲੀ ਗੱਲ ਤਾਂ ਇੰਪੈਰੇਟਿਵ ਸੈਂਟੈਂਸਸ ਹੁੰਦੇ ਕਿਹੜੇ ਆ ਉਹ ਸੈਂਟੈਂਸ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਹੈਰਾਨੀ ਸ਼ੋ ਕੀਤੀ ਜਾਂਦੀ ਹੈ ਕੋਈ ਨਾ ਕੋਈ ਸੁਜੈਸ਼ਨ ਦਿੱਤਾ ਜਾਂਦਾ ਆਰਡਰ ਕੀਤਾ ਜਾਂਦਾ ਰਿਕੁਐਸਟ ਕੀਤੀ ਜਾਂਦੀ ਹੈ ਜਾਂ ਕੋਈ ਨਾ ਕੋਈ ਕਮਾਂਡ ਕੀਤੀ ਜਾਂਦੀ ਹੈ ਆਦੇਸ਼ ਦਿੱਤੇ ਜਾਂਦੇ ਉਹਨਾਂ ਨੂੰ ਆਪਾਂ ਇੰਪੈਰੇਟਿਵ ਸੈਂਟੈਂਸਸ ਕਹਿ ਦਿੰਦੇ ਆ। ਜਿਵੇਂ ਆਪਾਂ ਨਹੀਂ ਕਹਿੰਦੇ ਸ਼ਟ ਦਾ ਡੋਰ ਬੰਦ ਕਰ ਦਿਓ ਹਨਾ ਪੱਖਾ ਚਲਾ ਦਿਓ ਤਾਂ ਉਹ ਵਾਲੀ ਚੀਜ਼ਾਂ ਉਹ ਕੀ ਆ ਜਾਂਦੇ ਤੁਹਾਡੇ ਕੋਲੇ ਇੰਪੈਰੇਟਿਵ ਫਾਰਮ ਦੇ ਵਿੱਚ ਆ ਜਾਂਦਾ ਜਦੋਂ ਤੁਸੀਂ ਕਿਸੇ ਨੂੰ ਆਰਡਰ ਦਿੰਦੇ ਹੋ ਕੋਈ ਰਿਕੁਐਸਟ ਕਰਦੇ ਹੋ ਮੈਨੂੰ ਇੱਕ ਗਲਾਸ ਪਾਣੀ ਲਿਆ ਦਿਓ ਤਾਂ ਉਹ ਵਾਲੀ ਚੀਜ਼ ਰਿਕੁਐਸਟ ਵਾਲੀ ਆ ਗਈ ਹੈ ਨਾ। ਆਰਡਰ ਕਰਨਾ ਰਿਕੁਐਸਟ ਕਰਨਾ ਸੁਜੈਸਟ ਕਰਨਾ ਕੋਈ ਚੀਜ਼ ਸਲਾਹ ਦੇਣੀ ਤੇ ਤੁਹਾਡੇ ਕੋਲੇ ਕਮਾਂਡ ਕਰਨਾ ਇਹ ਆ ਜਾਂਦਾ ਜੀ ਇੰਪੈਰੇਟਿਵ ਸੈਂਟੈਂਸਸ ਦੇ ਵਿੱਚ। ਹੁਣ ਇਹਨਾਂ ਨੂੰ ਕਿਵੇਂ ਚੇਂਜ ਕੀਤਾ ਜਾਂਦਾ ਹੈ ਤਾਂ ਤੁਹਾਡੇ ਕੋਲੇ ਤਿੰਨ ਤਰੀਕੇ ਨਾਲ ਆ ਜਿਹੜੇ ਸੈਂਟੈਂਸ ਬਣਦੇ ਆ। ਫਰਸਟ ਆਪਣੇ ਕੋਲੇ ਆ ਜਾਂਦਾ ਜੀ ਲੈਟ ਨਾਲ। ਜੇ ਸੈਂਟੈਂਸ ਨੂੰ ਤੁਸੀਂ ਲੈਟ ਨਾਲ ਬਣਾ ਰਹੇ ਹੋ ਤਾਂ ਲੈਟ ਨਾਲ ਕੀ ਸਟਰਕਚਰ ਹੋਏਗੀ ਤੇ ਲੈਟ ਹੋਏਗਾ ਦੈਨ ਤੁਸੀਂ ਆਬਜੈਕਟ ਦਾ ਯੂਜ਼ ਕਰੋਗੇ ਬੀ ਐਂਡ ਵਰਬ ਦੀ ਥਰਡ ਫਾਰਮ। ਜੇ ਤੁਹਾਡੇ ਕੋਲੇ ਸੈਂਟੈਂਸ ਬਣ ਰਿਹਾ ਯੂ ਆਰ ਆਰਡਰ ਟੂ ਯੂ ਆਰ ਰਿਕੁਐਸਟਡ ਟੂ ਯੂ ਆਰ ਐਡਵਾਈਸ ਟੂ ਤਾਂ ਇੱਥੇ ਤੁਹਾਡੇ ਕੋਲੇ ਹੋਰ ਕੋਈ ਚੀਜ਼ ਨਹੀਂ ਬਸ ਸਿੰਪਲ ਇਹਨਾਂ ਦਾ ਯੂਜ਼ ਕਰੋਗੇ ਤੇ ਤੁਸੀਂ ਐਡ ਕਰ ਦੋਗੇ ਟੂ ਤੋਂ ਬਾਅਦ ਬਾਕੀ ਸੈਂਟੈਂਸ ਜਿਵੇਂ ਦਿੱਤਾ ਹੋਇਆ ਟੂ ਵਰਬ ਦੀ ਫਰਸਟ ਫਾਰਮ ਆਬਜੈਕਟ। ਲਾਸਟ ਤੁਹਾਡੇ ਕੋਲੇ ਜਿਹੜੀ ਟਾਈਪ ਆ ਜਾਂਦੀ ਹੈ ਜਦੋਂ ਤੁਹਾਨੂੰ ਕੋਈ ਨਾ ਕੋਈ ਮਾਈਲਡ ਜਾਂ ਫਿਰ ਮੋਰਲ ਸੁਜੈਸ਼ਨ ਦਿੱਤਾ ਹੋਇਆ ਕੋਈ ਛੋਟੀ ਜਿਹੀ ਕਹਿ ਲਓ ਕੋਈ ਨਾ ਕੋਈ ਨਿਮਰ ਜਾਂ ਕਹਿ ਲਓ ਕਿਸੇ ਨੇ ਸੁਜੈਸ਼ਨ ਦਿੱਤਾ ਸਲਾਹ ਜਿਹੀ ਦਿੱਤੀ ਹੈ ਨਿਮਰ ਜਾਂ ਹੋ ਗਈ ਦਿੱਤੀ ਹੈ ਨਾ ਮੋਰਲ ਸੁਜੈਸ਼ਨ ਦਿੱਤਾ ਹੋਇਆ ਤਾਂ ਉੱਥੇ ਤੁਸੀਂ ਇਹਨੂੰ ਜਿਹੜਾ ਸ਼ੁੱਡ ਬੀ ਨਾਲ ਵੀ ਬਣਾ ਸਕਦੇ ਹੋ ਤਾਂ ਉੱਥੇ ਕੀ ਹੋਊਗਾ ਆਬਜੈਕਟ ਦੈਨ ਸ਼ੁੱਡ ਬੀ ਦਾ ਯੂਜ਼ ਹੋਊਗਾ ਵਰਬ ਦੀ ਥਰਡ ਫਾਰਮ ਬਾਈ ਔਰ ਸਬਜੈਕਟ ਦਾ ਯੂਜ਼ ਹੋਊਗਾ। ਹੁਣ ਇਹਨਾਂ ਨੂੰ ਕਿਵੇਂ ਅਪਲਾਈ ਕਰਾਂਗੇ ਉਹ ਆਪਾਂ ਦੇਖਾਂਗੇ ਜੀ ਕੁਐਸਚਨ ਤੋਂ। ਦੇਖੋ ਤਾਂ ਤੁਹਾਡੇ ਲਈ ਦੋ ਕੁਐਸਚਨਸ ਨੇ ਫਰਸਟ ਕੁਐਸਚਨ ਇਜ਼ ਸ਼ਟ ਦਾ ਵਿੰਡੋਜ਼ ਐਂਡ ਦਾ ਸੈਕੰਡ ਇਜ਼ ਹੈਲਪ ਦਾ ਰੀਡਿੰਗ। ਹੁਣ ਇਹਨਾਂ ਨੂੰ ਆਪਾਂ ਦੇਖਦੇ ਹਾਂ ਸੋਲਵ ਕਰਦੇ ਹਾਂ। ਹੁਣ ਇਹ ਐਗਜ਼ਾਮਪਲਸ ਆਪਾਂ ਜਿਹੜੀਆਂ ਦੇਖਣੀਆਂ ਨੇ ਪਹਿਲਾ ਹੈਗਾ ਸ਼ਟ ਦਾ ਵਿੰਡੋਜ਼ ਤਾਂ ਹੁਣ ਸ਼ਟ ਦਾ ਵਿੰਡੋਜ਼ ਇਹ ਕੀ ਆ ਗਿਆ ਆਪਣੇ ਕੋਲੇ ਤੁਸੀਂ ਕਹਿ ਸਕਦੇ ਹੋ ਸ਼ਟ ਦਾ ਵਿੰਡੋਜ਼ ਵੀ ਖਿੜਕੀਆਂ ਬੰਦ ਕਰ ਦੋ ਇਹ ਆਦੇਸ਼ ਵੀ ਹੋ ਸਕਦਾ ਹੈ ਕਿਸੇ ਨੂੰ ਰਿਕੁਐਸਟ ਵੀ ਕੀਤੀ ਹੋ ਸਕਦੀ ਹੈ ਕਿ ਵਿੰਡੋਜ਼ ਨੂੰ ਸ਼ਟ ਕਰ ਦਿੱਤਾ ਜਾਵੇ ਨਾ ਕਾਈਂਡਲੀ ਕਿਸੇ ਨੂੰ ਕਾਈਂਡਲੀ ਵੀ ਕਿਹਾ ਜਾ ਸਕਦਾ ਹੈ ਹੈਲਪ ਕਰਨ ਦੇ ਲਈ ਵੀ ਕਿਹਾ ਜਾ ਸਕਦਾ ਹੈ। ਸੈਕੰਡ ਤੁਸੀਂ ਕਿਸੇ ਨੂੰ ਆਦੇਸ਼ ਵੀ ਕਰ ਸਕਦੇ ਹੋ ਆਰਡਰ ਵੀ ਕਰ ਸਕਦੇ ਹੋ। ਸੋ ਇਹਨੂੰ ਆਪਾਂ ਦੋ ਤਰੀਕੇ ਨਾਲ ਬਣਾਵਾਂਗੇ ਇੱਕ ਲੈਟ ਨਾਲ ਬਣਾਵਾਂਗੇ ਇੱਕ ਆਪਾਂ ਯੂ ਆਰ ਆਰਡਰ ਰਿਕੁਐਸਟਡ ਇਸ ਤਰੀਕੇ ਨਾਲ ਦੇਣਾ ਤੁਹਾਨੂੰ ਖੁਦ ਨਾਲ ਬਣਾਉਣਾ ਹੈ। ਦੇਖੋ ਜੀ ਸ਼ਟ ਦਾ ਵਿੰਡੋਜ਼ ਤਾਂ ਹੁਣ ਇਹ ਸੈਂਟੈਂਸ ਕਿਵੇਂ ਬਣਾਇਆ ਸਭ ਤੋਂ ਪਹਿਲਾਂ ਆਪਾਂ ਲੈਟ ਨਾਲ ਬਣਾਉਣਾ ਹੈ ਲੈਟ। ਇਸ ਤੋਂ ਬਾਅਦ ਤੁਹਾਡੇ ਕੋਲ ਤੁਹਾਨੂੰ ਦੱਸਿਆ ਲੈਟ ਆਪਾਂ ਲਿਖ ਲਿਆ ਤਾਂ ਆਬਜੈਕਟ ਆਏਗਾ ਆਬਜੈਕਟ ਕੀ ਹੈ ਦਾ ਵਿੰਡੋਜ਼ ਲੈਟ ਦਾ ਵਿੰਡੋਜ਼। then ਤੁਹਾਨੂੰ ਦੱਸਿਆ ਕਿ ਆਪਣੇ ਕੋਲ ਕਿਹਾ ਜਾਂਦਾ ਹੁੰਦਾ ਹੈ ਬੀ ਫਾਰਮ ਯੂਜ਼ ਕੀਤੀ ਜਾਂਦੀ ਹੈ ਸੋ ਬੀ ਅੱਗੇ ਤੁਹਾਡੇ ਕੋਲ ਇਹ ਕੀ ਆਏਗਾ verb ਦੀ ਥਰਡ ਫਾਰਮ ਸ਼ਟ ਦੀ ਥਰਡ ਫਾਰਮ ਹੁੰਦੀ ਹੈ ਤੁਹਾਡੇ ਕੋਲੇ ਸ਼ਟ S-H-U-T let the windows sorry windows the spelling be shut let the windows be shut ਤਾਂ ਹੁਣ shut ਦੀ ਫਾਰਮ shut ਹੀ ਹੁੰਦੀ ਹੈ shut verb ਦੀ ਫਰਸਟ ਫਾਰਮ ਵੀ ਹੈ ਤੇ ਤੁਹਾਡੇ ਕੋਲੇ ਥਰਡ ਫਾਰਮ ਵੀ ਹੈ shut the windows let the windows be shut। ਹੁਣ let ਨਾਲ ਸੈਂਟੈਂਸ ਐਵੇਂ ਬਣਿਆ। ਇਸ ਤੋਂ ਇਲਾਵਾ ਜੇ ਤੁਸੀਂ ਇਸੇ ਸੈਂਟੈਂਸ ਨੂੰ you are requested ordered ਨਾਲ ਬਣਾਉਣਾ ਹੁਣ ਆਪਾਂ ਕਹਿ ਲਓ ਕਿ shut the windows ਤੇ ਕਿਸੇ ਨੂੰ ਆਰਡਰ ਕੀਤਾ ਤਾਂ ਤੁਸੀਂ ਕਿਵੇਂ ਬਣਾਓਗੇ you are ordered to। ਇਸ ਤੋਂ ਬਾਅਦ ਤੁਹਾਡੇ ਕੋਲ ਸੈਂਟੈਂਸ ਜਿਵੇਂ ਦਿੱਤਾ ਤੁਸੀਂ ਐਜ਼ ਇਟ ਇਜ਼ ਯੂਜ਼ ਕਰਨਗੇ ਸ਼ਟ ਦਾ ਵਿੰਡੋਜ਼ ਸ਼ਟ ਦਾ windows you are ordered to shut the windows।
ਇਹ ਬਹੁਤ ਈਜ਼ੀ ਹੁੰਦਾ ਹੈ ਬਿਕॉज़ ਇਹਦੇ ਵਿੱਚ ਕੁਛ ਵੀ ਨਹੀਂ ਕਰਨਾ, ਤੁਸੀਂ ਸਿਰਫ 2 ਵਰਡ ਹੈ ਜਿਹੜੇ ਅੱਗੇ ਐਡ ਕਰਨੇ, ਯੂ ਆਰ ਆਲਰੇਡੀ, ਯੂ ਆਰ ਰਿਕੁਐਸਟਡ ਟੂ, ਯੂ ਆਰ ਸੁਜੈਸਟਡ ਟੂ, ਇਸ ਟਾਈਪ ਦੇ ਵਰਡ ਹੈ ਜਿਹੜੇ ਤੁਸੀਂ ਐਡ ਕਰ ਦੋਗੇ, ਅੱਗੇ ਤੁਹਾਡਾ ਸੈਂਟੈਂਸ ਐਜ਼ ਇਟ ਇਜ਼ ਤੁਸੀਂ ਟੂ ਤੋਂ ਬਾਅਦ ਐਡ ਕਰ ਦੇਣਾ ਆਪਾਂ। ਲੈਟ ਵਾਲੇ ਦੇ ਵਿੱਚ ਤੁਹਾਡੇ ਕੋਲ ਲੈਟ, ਦੈਨ ਤੁਸੀਂ ਐਗਜ਼ੈਕਟ ਯੂਜ਼ ਕਰਨਾ ਹੈ, ਬੀ ਯੂਜ਼ ਹੋਊਗਾ, ਤੇ ਲਾਸਟ वर्ब ਦੀ ਥਰਡ ਫਾਰਮ ਹੈ ਜਿਹੜੀ ਤੁਸੀਂ ਯੂਜ਼ ਕਰੋਗੇ। ਅਗਲਾ ਦੇਖੋ ਜੀ ਕੁਐਸਚਨ, ਹੁਣ ਇਹ ਆਪਾਂ ਕਰਾਂਗੇ ਇੱਕ ਮੋਰਲ ਸੁਜੈਸ਼ਨ ਹੈ, ਹੈਲਪ ਦਾ ਨੀਡੀ, ਕਿਸੇ ਨੇ ਕਿਹਾ ਕਿ ਤੁਸੀਂ ਜਿਹੜੀ ਲੋੜਵੰਦ ਦੀ ਹੈਲਪ ਕਰੋ। ਹੁਣ ਇਹ ਕੀ ਹੋ ਸਕਦਾ, ਕਿਸੇ ਨੂੰ ਮੋਰਲ ਸੁਜੈਸ਼ਨ ਦਿੱਤਾ ਗਿਆ ਨਾ, ਮੋਰਲ ਸੁਜੈਸ਼ਨ ਦਿੱਤਾ ਗਿਆ ਤਾਂ ਹੁਣ ਇਹਨੂੰ ਆਪਾਂ ਸ਼ੁੱਡ ਵੀ ਨਾਲ ਬਣਾਵਾਂਗੇ। ਸੋ ਦੇਖੋ ਦਾ ਨੀਡੀ, ਮੈਂ ਤੁਹਾਨੂੰ ਦੱਸਿਆ ਇਹ ਸੈਂਟੈਂਸ ਸਟਾਰਟ ਹੁੰਦਾ ਆਬਜੈਕਟ ਦੇ ਨਾਲ, ਆਪਣਾ ਜਿਹੜਾ ਆਬਜੈਕਟ ਹੈ ਹੈਲਪ ਕੋਈ ਖਰੀ ਆਪਣੀ ਵਰਬ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਆਬਜੈਕਟ ਯੂਜ਼ ਕੀਤਾ ਦਾ ਨੀਡੀ, ਆਪਾਂ ਦਾ ਨੀਡੀ ਤੋਂ ਸਟਾਰਟ ਕੀਤਾ ਦਾ ਨੀਡੀ, ਦੈਨ ਤੁਹਾਡੇ ਕੋਲ ਕੀ ਆਏਗਾ ਜੀ ਸ਼ੁੱਡ ਬੀ, ਦਾ ਨੀਡੀ ਸ਼ੁੱਡ ਬੀ, verb ਦੀ ਥਰਡ ਫਾਰਮ ਹੈਲਪ ਦੀ ਕੀ ਬਣ ਜਾਏਗੀ ਹੈਲਪ, ਦਾ ਨੀਡੀ ਸ਼ੁੱਡ ਬੀ ਹੈਲਪ, ਦਾ ਨੀਡੀ ਸ਼ੁੱਡ ਬੀ ਹੈਲਪ। ਤਾਂ ਇਹ ਸੀ ਜੀ ਸੈਕੰਡ ਸੈਂਟੈਂਸ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਇੰਪੈਰੇਟਿਵ ਸੈਂਟੈਂਸ ਨੂੰ ਆਪਾਂ ਤਿੰਨ ਟਾਈਪ ਨਾਲ ਬਣਾਉਣੇ, ਇੱਕ ਲੈਟ ਨਾਲ, ਸੈਕੰਡ ਤੁਹਾਡੇ ਕੋਲ ਆ ਜਾਂਦਾ ਯੂ ਆਰ ਆਲਰੇਡੀ, ਯੂ ਆਰ ਰਿਕੁਐਸਟਡ, ਯੂ ਆਰ ਸੁਜੈਸਟਡ, ਐਡਵਾਈਸ ਤਾਂ ਇਸ ਟਾਈਪ ਨਾਲ। ਥਰਡ ਆ ਜਾਂਦਾ ਤੁਹਾਡੇ ਕੋਲ ਜੇ ਮੋਰਲ ਸੁਜੈਸ਼ਨ ਦਿੱਤਾ ਹੋਇਆ ਸ਼ੁੱਡ ਬੀ ਨਾਲ, ਸ਼ੁੱਡ ਬੀ ਹੈਲਪ ਹੋ ਗਿਆ, ਜਿਵੇਂ ਤੁਹਾਡੇ ਸੈਕੰਡ ਸੈਂਟੈਂਸ ਆਪਾਂ ਬਣਾਇਆ। ਸ਼ਟ ਦਾ ਵਿੰਡੋਜ਼ ਨੂੰ ਆਪਾਂ ਲੈਟ ਦੇ ਆਰਡਰ ਦੇ ਨਾਲ ਜਿਹੜਾ ਬਣਾਇਆ ਹੈ, ਉਹ ਤੁਹਾਨੂੰ ਦੋਨੋਂ ਕਲੀਅਰ ਹੋ ਗਏ ਹੋਣਗੇ। ਬਾਕੀ ਇਸ ਟਾਈਪ ਦੇ ਕੁਐਸਚਨ ਹੈ ਜਿਹੜੇ ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ, ਪ੍ਰੈਕਟਿਸ ਕਰਨੀ ਹੈ। ਹਾਂ, ਤਾਂ ਅੱਜ ਦਾ ਜਿਹੜਾ ਲਾਸਟ ਟੌਪਿਕ ਆਪਣਾ ਆ ਜਾਂਦਾ ਹੈ, ਜੇ ਸੈਂਟੈਂਸ ਦੇ ਵਿੱਚ ਇਟਸ ਟਾਈਮ ਦਿੱਤਾ ਹੋਇਆ ਹੈ, ਸੈਂਟੈਂਸ ਤੁਹਾਡਾ ਸਟਾਰਟ ਹੋ ਰਿਹਾ ਇਟਸ ਟਾਈਮ ਦੇ ਨਾਲ, ਇਟ ਇਜ਼ ਟਾਈਮ, ਤਾਂ ਅੱਗੇ ਤੁਹਾਡੇ ਕੋਲ ਜਿਵੇਂ ਸੈਂਟੈਂਸ ਦਿੱਤਾ ਹੋਊਗਾ ਤਾਂ ਉਹਨੂੰ ਤੁਸੀਂ ਕਿਵੇਂ ਟ੍ਰਾਂਸਲੇਟ ਕਰੋਗੇ, ਕਿਵੇਂ ਤੁਸੀਂ ਐਕਟਿਵ ਟੂ ਪੈਸਿਵ ਫਾਰਮ ਬਣਾਓਗੇ। ਦੇਖੋ ਜੀ, ਇਟ ਇਜ਼ ਟਾਈਮ ਟੂ ਟੇਕ ਟੀ, ਤੁਹਾਨੂੰ ਕੁਐਸਚਨ ਹੈ ਐਗਜ਼ਾਮਪਲ ਦਿੱਤੀ ਹੋਈ ਹੈ, ਇਟ ਇਜ਼ ਟਾਈਮ ਟੂ ਟੇਕ ਟੀ, ਹੁਣ ਇਟ ਇਜ਼ ਟਾਈਮ ਨਾਲ ਸੈਂਟੈਂਸ ਸਟਾਰਟ ਹੋਇਆ, ਇਹ ਸੇਮ ਹੀ ਰਹਿ ਜਾਊਗਾ, ਇਟ ਇਜ਼ ਟਾਈਮ ਤੁਹਾਡਾ ਸੇਮ ਹੀ ਲਿਖਿਆ ਜਾਊਗਾ, ਬਸ ਅੱਗੇ ਤੁਸੀਂ ਜਿਹੜੀ ਚੀਜ਼ ਐਡ ਕਰਨੀ ਹੈ ਸਾਰੇ ਸੈਂਟੈਂਸਸ ਵਿੱਚ ਸੇਮ ਕਾਮਨ ਫॉर ਦਾ ਯੂਜ਼ ਕੀਤਾ ਜਾਊਗਾ। ਅੱਗੇ ਤੁਸੀਂ ਜਿਹੜਾ ਹੈਗਾ ਜਿਵੇਂ ਤੁਹਾਡੇ ਕੋਲ ਯੂਜ਼ ਕੀਤਾ ਹੋਇਆ ਟੀ ਤੁਹਾਡਾ ਆਬਜੈਕਟ ਹੈ, ਟੀ ਨੂੰ ਤੁਸੀਂ ਸਬਜੈਕਟ ਬਣਾ ਦੋਗੇ, ਟੂ ਯੂਜ਼ ਕੀਤਾ ਹੈ ਤੇ ਟੂ ਦੇ ਨਾਲ ਜਿਹੜਾ ਬੀ ਯੂਜ਼ ਹੋਊਗਾ, ਟੂ ਬੀ, ਟੂ ਬੀ ਯੂਜ਼ ਹੋਊਗਾ। ਦੈਨ ਤੁਸੀਂ verb ਦੀ ਥਰਡ ਫਾਰਮ ਯੂਜ਼ ਕਰੋਗੇ, ਇੱਥੇ ਦੇਖੋ ਟੂ ਟੇਕ, ਟੂ ਟੇਕ ਨੂੰ ਕੀ ਬਣਾ ਦੋਗੇ ਤੁਸੀਂ verb ਦੀ ਥਰਡ ਫਾਰਮ ਟੂ ਬੀ ਟੇਕਨ, verb ਦੀ ਥਰਡ ਫਾਰਮ ਜਿਹੜੀ ਐਡ ਕੀਤੀ ਜਾਊਗੀ। ਬਸ ਚੀਜ਼ ਕੀ ਧਿਆਨ ਚ ਰੱਖਣੀ ਹੈ, ਇੱਕ ਤਾਂ ਤੁਸੀਂ ਫਾਰਵਰਡ ਐਡ ਕਰੋਗੇ ਉਹਦੇ ਵਿੱਚ, ਸੈਕੰਡ ਚੀਜ਼ ਜਿਹੜੀ ਤੁਹਾਡੀ ਕੋਲੇ ਆ ਜਾਂਦੀ ਹੈ ਟੂ ਬੀ verb ਦੀ ਥਰਡ ਫਾਰਮ, ਟੂ ਬੀ verb ਦੀ ਥਰਡ ਫਾਰਮ, ਟੂ verb ਦੀ ਫਰਸਟ ਫਾਰਮ ਨੂੰ ਟੂ ਬੀ verb ਦੀ ਥਰਡ ਫਾਰਮ ਬਣਾ ਦਿੱਤਾ ਜਾਂਦਾ ਹੈ, ਤੇ ਇਸ ਟਾਈਮ ਦੇ ਬਾਅਦ ਜਿਹੜਾ ਤੁਹਾਡੇ ਕੋਲੇ ਪ੍ਰੈਪੋਜੀਸ਼ਨ ਐਡ ਕੀਤੀ ਜਾਂਦੀ ਹੈ ਉਹ ਹੁੰਦੀ ਹੈ ਫॉर। ਹੁਣ ਐਸੇ ਕੁਐਸਚਨ ਦੇ ਐਗਜ਼ਾਮਪਲ ਨੂੰ ਧਿਆਨ ਨਾਲ ਪੜ੍ਹ ਲਓ ਤੇ then ਆਪਾਂ ਜਿਹੜੇ ਕੁਐਸਚਨ ਕਰਾਂਗੇ ਦੇਖੋ ਜੀ। ਹੁਣ ਇਹ ਤਿੰਨ ਕੁਐਸਚਨਸ ਹੈ ਤੁਹਾਡੇ ਕੋਲ, ਫਰਸਟ ਇਜ਼ ਇਟ ਇਜ਼ ਟਾਈਮ ਟੂ ਰਾਈਟ ਯੂਅਰ ਲੈਟਰਸ, ਸੈਕੰਡ ਇਜ਼ ਇਟ ਇਜ਼ ਟਾਈਮ ਟੂ ਓਪਨ ਦ ਸ਼ੌਪ, ਥਰਡ ਇਜ਼ ਇਟ ਇਜ਼ ਟਾਈਮ ਟੂ ਰੀਡ ਦ ਨਿਊਜ਼ਪੇਪਰ। ਹੁਣ ਇਹਨਾਂ ਤਿੰਨੋਂ ਕੁਐਸਚਨਸ ਨੂੰ ਧਿਆਨ ਨਾਲ ਪੜ੍ਹੋ ਤੇ ਸੋਲਵ ਕਰੋ। ਹੁਣ ਇਹ ਕੁਐਸਚਨ ਹੈ ਤੁਹਾਡੇ ਕੋਲ, ਕੁਐਸਚਨ ਹੈ ਇਟ ਇਜ਼ ਟਾਈਮ ਦੇ ਨਾਲ ਸੈਂਟੈਂਸ ਨੂੰ ਕਿਵੇਂ ਬਣਾਉਣਾ। ਲਾਸਟ ਕੁਐਸਚਨ ਹੈ ਜੀ ਆਪਣੀ ਕਲਾਸ ਦਾ, ਇਸ ਤੋਂ ਬਾਅਦ ਹੈ ਜਿਹੜੇ ਵੀ ਟੌਪਿਕ ਆਪਣੇ ਰਹਿ ਜਾਣਗੇ, ਆਪਣੇ ਬੇਸਿਕਲੀ ਤਿੰਨ ਚਾਰ ਟੌਪਿਕ ਹੈ ਜਿਹੜੇ ਕਲਾਸ ਦੇ ਵਿੱਚ ਰਹਿ ਚੁੱਕੇ ਹਨ। ਇੱਕ ਤਾਂ ਹੈਗਾ ਆਪਾਂ ਸਰਟੇਨ ਜਿਹੜੀਆਂ ਵਰਬਸ ਹੁੰਦੀਆਂ ਜਿਵੇਂ ਉਹ ਫਿਕਸ ਪ੍ਰੈਪੋਜੀਸ਼ਨ ਦੇ ਨਾਲ ਹੀ ਯੂਜ਼ ਕਰਦੇ ਆ, ਉਹਨਾਂ ਦੀ ਪ੍ਰੈਪੋਜੀਸ਼ਨ ਜਿਵੇਂ ਬਾਈ ਦਾ ਯੂਜ਼ ਨਹੀਂ ਕੀਤਾ ਜਾਂਦਾ, ਕੋਈ ਹੋਰ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਂਦੀ ਹੈ, ਉਹਨਾਂ ਨੂੰ ਕਿਵੇਂ ਬਣਾਵਾਂਗੇ। ਕੁਝ ਕੁ ਵਰਡਸ ਜਿਹੜੀਆਂ ਬੈਕ ਵਰਬਸ ਹੁੰਦੀਆਂ ਤੁਹਾਡੇ ਕੋਲ ਪ੍ਰੈਪੋਜੀਸ਼ਨ ਹੀ ਲੈ ਕੇ ਚੱਲਦੀਆਂ ਸੈਂਟੈਂਸ ਦੇ ਵਿੱਚ, ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਉਹ ਕਿਵੇਂ ਬਣਨਗੇ ਸੈਂਟੈਂਸਸ ਉਹ ਆਪਾਂ ਦੇਖਾਂਗੇ। ਕੁਝ ਕੁ ਟਿਪੀਕਲ ਸੈਂਟੈਂਸਸ ਹੁੰਦੇ ਤੁਹਾਡੇ ਕੋਲ, ਜਿਵੇਂ ਆਪਣੇ ਕੋਲ ਕਹਿੰਦੇ ਨੇ ਰੋਜ਼ ਸਮੈਲਸ ਸਵੀਟ, ਤਾਂ ਹੁਣ ਉਹਨਾਂ ਨੂੰ ਕਿਵੇਂ ਬਣਾਉਣਾ, ਇਹ ਚੀਜ਼ ਆਪਾਂ ਨੈਕਸਟ ਕਲਾਸ ਦੇ ਵਿੱਚ ਦੇਖਾਂਗੇ। ਅੱਜ ਦੀ ਕਲਾਸ ਦਾ ਲਾਸਟ ਟੌਪਿਕ ਹੈ ਜੀ ਇਟ ਇਜ਼ ਟਾਈਮ ਨਾਲ ਕਿਸ ਤਰੀਕੇ ਨਾਲ ਤੁਸੀਂ ਐਕਟਿਵ ਟੂ ਪੈਸਿਵ ਫਾਰਮ ਕਨਵਰਟ ਕਰਨੀ ਹੈ। ਤਾਂ ਦੇਖੋ ਹੁਣ ਫਰਸਟ ਕੁਐਸਚਨ ਆਈ ਹੋਪ ਤੁਸੀਂ ਕਰ ਲਏ ਹੋਣਗੇ। ਦੇਖੋ ਫਰਸਟ ਕੁਐਸਚਨ ਨੂੰ ਕਿਵੇਂ ਬਣਾएंगे, ਇਟ ਇਜ਼ ਟਾਈਮ ਟੂ ਰਾਈਟ ਅਵਰ ਲੈਟਰਸ, ਤਾਂ ਤੁਹਾਨੂੰ ਦੱਸਿਆ ਇਟ ਇਜ਼ ਟਾਈਮ ਲਿਖਿਆ ਤਾਂ ਤੁਸੀਂ ਸੇਮ ਹੀ ਲਿਖ ਦੋਗੇ, ਇਟ ਇਜ਼ ਟਾਈਮ ਤੁਹਾਡਾ ਸੇਮ ਹੀ ਆ ਜਾਏਗਾ। ਐਡ ਕੀ ਕਰੋਗੇ ਤੁਸੀਂ ਫॉर, ਅੱਗੇ ਤੁਹਾਡਾ ਆਬਜੈਕਟ ਇਟ ਇਜ਼ ਟਾਈਮ ਟੂ ਰਾਈਟ ਅਵਰ ਲੈਟਰਸ, ਰਾਈਟ verb ਹੈ, verb ਤੋਂ ਬਾਅਦ ਟੂ ਤੁਹਾਡੀ ਹੈਗੀ, ਟੂ ਤੋਂ ਬਾਅਦ verb ਦੀ ਫਰਸਟ ਫਾਰਮ ਯੂਜ਼ ਕੀਤੀ ਹੈ, then ਤੁਹਾਡੇ ਕੋਲ ਆਬਜੈਕਟ, ਆਬਜੈਕਟ ਕੀ ਬਣ ਜਾਊਗਾ ਸਬਜੈਕਟ, ਇਟ ਇਜ਼ ਟਾਈਮ ਫॉर ਆਵਰ ਲੈਟਰਸ, then ਤੁਸੀਂ ਕੀ ਕਰੋਗੇ ਟੂ ਬੀ verb ਦੀ ਥਰਡ ਫਾਰਮ ਰਾਈਟ ਦੀ ਕੀ ਬਣ ਜਾਏਗੀ ਰਾਈਟ ਰੋਟ ਰਿਟਨ। ਅੱਗੇ ਜੇ ਤੁਹਾਡੇ ਕੋਲ ਹੁੰਦਾ ਬਾਏ ਵਗੈਰਾ ਕਰਕੇ ਤੁਸੀਂ ਐਡ ਕਰ ਸਕਦੇ ਸੀ। ਹਾਂਜੀ, ਤਾਂ ਇਟ ਇਜ਼ ਟਾਈਮ ਫॉर ਆਵਰ ਲੈਟਰਸ ਟੂ ਬੀ ਰਿਟਨ। ਸੈਕੰਡ ਸੈਂਟੈਂਸ ਤੁਸੀਂ ਕਿਵੇਂ ਬਣਾਇਆ ਜੀ, ਇਟ ਇਜ਼ ਟਾਈਮ ਹੈ ਤਾਂ ਇਟ ਇਜ਼ ਟਾਈਮ ਨਾਲ ਹੀ ਸੈਂਟੈਂਸ ਸਟਾਰਟ ਹੋ ਜਾਏਗਾ, ਇਟ ਇਜ਼ ਟਾਈਮ ਪ੍ਰੈਪੋजिशन ਐਡ ਕਰਤੀ ਆਪਾਂ फॉर। ਅੱਗੇ ਦੇਖੋ ਆਬਜੈਕਟ ਕੀ ਹੈ ਦ ਸ਼ॉप, ਟੂ वर्ब ਦੀ ਫਰਸਟ ਫਾਰਮ, ਦੈਨ ਆਪਣੇ ਕੋਲੇ ਆਬਜੈਕਟ ਆ ਗਿਆ ਦ ਸ਼ॉप, ਤਾਂ ਆਪਾਂ ਬਣਾਤਾ ਦ ਸ਼ॉप। ਅੱਗੇ ਦੇਖੋ ਟੂ ਬੀ वर्ब ਦੀ ਥਰਡ ਫਾਰਮ, ਓਪਨ ਦਾ ਕੀ ਬਣ ਜਾਏਗਾ ਓਪਨ। ਲਾਸਟ ਦੇਖੋ ਇਟ ਇਜ਼ ਟਾਈਮ ਟੂ ਰੀਡ ਦ ਨਿਊਜ਼ਪੇਪਰ, ਇਟ ਇਜ਼ ਟਾਈਮ, ਇਟ ਇਜ਼ ਟਾਈਮ ਸੈਂਟੈਂਸ ਇਟ ਇਜ਼ ਟਾਈਮ ਨਾਲ ਸਟਾਰਟ ਹੋਇਆ, ਦੈਨ ਤੁਸੀਂ ਫॉर ਐਡ ਕੀਤਾ, ਦ ਨਿਊਜ਼ਪੇਪਰ ਤੁਹਾਡਾ ਆਬਜੈਕਟ ਹੈ ਬਣ ਜਾਏਗਾ ਸਬਜੈਕਟ, ਦ ਨਿਊਜ਼ਪੇਪਰ, to be read the given jagah read, to be go to third form read, so it is time for the newspaper to be read। ਤਾਂ ਇਸ ਤਰੀਕੇ ਨਾਲ ਤੁਸੀਂ it is time ਨਾਲ related sentences ਨੂੰ ਬਣਾਉਣਾ
आई होप तुहानू जिन्ना भी वॉइस दा टॉपिक मैं अज दी क्लास दे विच डिस्कस कीता ਉਹ क्लीयर हो गया होएगा। जे किसी भी स्टूडेंट ਨੂੰ ਕਿਸੇ ਵੀ ਟਾਈਪ ਦੇ ਵਿੱਚ ਕੋਈ ਵੀ ਡਾਊਟ ਹੁੰਦਾ ਹੈ ਤਾਂ ਤੁਸੀਂ ਜਿਹੜਾ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਪੋਸਟ ਕਰ ਸਕਦੇ ਹੋ, ਤੁਹਾਨੂੰ ਆਨਸਰ ਹੈ ਜਿਹੜਾ ਉਹ ਮਿਲ ਜਾਏਗਾ। ਬਾਕੀ ਜਿੰਨੇ ਵੀ ਆਪਾਂ ਟੌਪਿਕ ਕਰ ਰਹੇ ਹਾਂ ਧਿਆਨ ਨਾਲ ਹੀ ਕਰਵਾਏ ਜਾ ਰਹੇ ਪੂਰੀ ਡਿਟੇਲ ਦੇ ਉੱਤੇ, ਤੁਹਾਨੂੰ ਕਿਸੇ ਵੀ ਡਾਊਟ ਦਾ ਹੋਣ ਦਾ ਕੋਈ ਗੁੰਜਾਇਸ਼ ਤਾਂ ਨਹੀਂ ਰਹਿ ਜਾਂਦੀ, ਪਰ ਫਿਰ ਵੀ ਜੇ ਕਿਸੇ ਸਟੂਡੈਂਟ ਨੂੰ ਕੋਈ ਟੌਪਿਕ ਸਮਝ ਨਹੀਂ ਆਉਂਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਪੋਸਟ ਕਰਨਾ ਹੈ। ਹਾਂਜੀ, ਤੇ ਹੁਣ ਆਪਣੀ ਜਿਹੜੀ ਕਲਾਸ ਆਪਾਂ ਅੱਜ ਦੀ ਕਰਦੇ ਹਾਂ ਇੱਥੇ ਓਵਰ। ਜਿੰਨੇ ਵੀ ਟੌਪਿਕ ਕਰਵਾਏ ਗਏ ਉਹਨਾਂ ਨੂੰ ਰਿਵਾਈਜ਼ ਜ਼ਰੂਰ ਕਰਿਓ। ਬੇਸਿਕਲੀ ਆਪਾਂ ਕੈਨ ਪੁੱਟ ਮੇਮ ਆਈ ਨਾਲ ਸੈਂਟੈਂਸਸ ਨੂੰ ਕਿਵੇਂ ਕਰਨਾ ਹੈ ਉਹ ਤੁਹਾਨੂੰ ਕਰਵਾਇਆ। ਸੈਕਿੰਡ ਤੁਹਾਨੂੰ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਤੁਹਾਡੇ ਕੋਲੇ ਜੇ ਇੰਪੈਰੇਟਿਵ ਸੈਂਟੈਂਸਸ ਆਉਣ ਤਾਂ ਤੁਸੀਂ ਉਹਨਾਂ ਨੂੰ ਚੇਂਜ ਕਰੋਗੇ। ਥਰਡ ਆਪਾਂ ਜਿਹੜਾ ਡਿਸਕਸ ਕੀਤਾ ਹੈਗਾ ਆਪਣਾ ਟੌਪਿਕ ਰੈਡਿਊਸ ਆਪਣੇ ਕੋਲੇ ਇੰਟੈਰੋਗੇਟਿਵ ਤੇ ਇੰਪੈਰੇਟਿਵ ਸੈਂਟੈਂਸਸ ਦਾ, ਤੇ ਲਾਸਟ ਆਪਣਾ ਜਿਹੜਾ ਸੀ ਇਟ ਇਜ਼ ਟਾਈਮ ਨਾਲ ਰਿਲੇਟਡ ਕੁਐਸਚਨਸ ਨੂੰ ਆਪਾਂ ਕਿਵੇਂ ਸੋਲਵ ਕਰਨਾ ਹੈ। ਹਾਂਜੀ, ਤਾਂ ਇੱਥੇ ਹੀ ਆਪਣੀ ਕਰਦੇ ਹਾਂ ਆਪਾਂ ਅੱਜ ਦੀ ਕਲਾਸ ਓਵਰ। ਮਿਲਾਂਗੇ ਹੁਣ ਨੈਕਸਟ ਸੈਸ਼ਨ ਦੇ ਵਿੱਚ ਜਿੰਨੇ ਵੀ ਟੌਪਿਕ ਰਹਿ ਗਏ ਆਪਣੇ ਵੋਕੈਬ ਦੇ ਅਗਲੀ ਸੌਰੀ ਵੌਇਸ ਦੇ, ਆਪਾਂ ਜਿਹੜਾ ਅਗਲੀ ਕਲਾਸ ਦੇ ਵਿੱਚ ਇਹਨਾਂ ਨੂੰ ਕਰ ਦਾਂਗੇ ਓਵਰ। ਤੇ ਹੁਣ ਵੌਇਸ ਦਾ ਜਿਹੜਾ ਲਾਸਟ ਕਲਾਸ ਹੋਏਗਾ ਤੁਹਾਡੇ ਕੋਲੇ, ਆਪਾਂ ਨੈਕਸਟ ਕਲਾਸ ਦੇ ਵਿੱਚ ਆਪਾਂ ਜਿਹੜੇ ਜਿੰਨੇ ਵੀ ਟੌਪਿਕ ਕਰਾਂਗੇ ਉਹਦੇ ਨਾਲ ਤੁਹਾਡਾ ਵੌਇਸ ਦਾ ਟੌਪਿਕ ਕੰਪਲੀਟ ਹੋ ਜਾਏਗਾ। ਦੈਨ ਤੁਹਾਡਾ ਇੱਕ ਨਰੇਸ਼ਨ ਦਾ ਟੌਪਿਕ ਰਹਿ ਚੁੱਕਾ ਜੋ ਕਿ ਆਪਾਂ 3-4 ਕਲਾਸਿਸ ਦੇ ਵਿੱਚ ਉਹਨੂੰ ਵੀ ਕਵਰ ਜਿਹੜਾ ਕਰ ਲਾਂਗੇ। ਇਹਦੇ ਨਾਲ ਤੁਹਾਡਾ ਗ੍ਰਾਮਰ ਦਾ ਪੋਰਸ਼ਨ ਜਿਹੜਾ ਜੀ ਉਹ ਕੰਪਲੀਟ ਹੋ ਜਾਏਗਾ। ਸੋ ਜਿੰਨਾ ਵੀ ਟੌਪਿਕ ਤੁਹਾਨੂੰ ਕਰਵਾਇਆ ਇਹਨਾਂ ਨੂੰ ਰਿਵਾਈਜ਼ ਜ਼ਰੂਰ ਕਰਦੇ ਰਹਿਣਾ, ਬਿਕਾਜ਼ ਗ੍ਰਾਮਰ ਦਾ ਪੋਰਸ਼ਨ ਥੋੜਾ ਲਿਮਿਟਡ ਹੀ ਹੈ। ਜਿੰਨੇ ਵੀ ਕੁਐਸਚਨ ਪੁੱਛੇ ਜਾਂਦੇ ਕਹਿ ਲਓ ਥੋੜੇ ਜਿਹਾ ਘੁਮਾ ਫਿਰਾ ਕੇ ਪੁੱਛੇ ਜਾਂਦੇ, ਸੋ ਟਰਾਈ ਕਰੋ ਕਿ ਹਰ ਇੱਕ ਕੁਐਸਚਨ ਨੂੰ ਧਿਆਨ ਨਾਲ ਕਰਿਆ ਕਰੋ, ਤਾਂ ਤੁਹਾਡੀ ਕਨਸੈਪਟ ਆ ਜਿਹੜੀ ਉਹ ਕਲੀਅਰ ਹੋ ਜਾਣਗੇ। ਹਾਂਜੀ, ਤਾਂ ਹੁਣ ਮਿਲਾਂਗੇ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ।